हालेलुया हालेलुया हालेलुया। सो आइए ਅਸੀਂ खुदा ਦੇ वचन ਦੇ ਵਿੱਚ ਜਾਵਾਂਗੇ। संगत चो कोई भी जन खुदा दे वचन वास्ते प्रार्थना करिए। संगत चो कोई भी जन खुदा दे वचन वास्ते प्रार्थना करिए। हालेलुया हालेलुया। सो खुदा दा एक बार फिर धन्यवाद करते हैं, प्रभु का शुक्र करते हैं। ਅਸੀਂ सब जन सीखते हैं अब्राहम दी सेवकाई, मिनिस्ट्री ऑफ अब्राहम। हालेलुया। सो उत्पत्त 12 ਅਧਿਆਇ ਦੇ ਵਿੱਚ ਅਸੀਂ ਲੈ ਰਹੇ ਹਾਂ ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ, ਮੈਂ ਪੜਾਂਗਾ ਤੁਹਾਡੇ ਵਾਸਤੇ। ਤਦ ਯਹੋਵਾ ਨੇ ਅਬਰਾਹਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਸੰਬੰਧੀਆਂ, ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚਲਾ ਜਾ ਜੋ ਮੈਂ ਤੈਨੂੰ ਦਿਖਾਵਾਂਗਾ। ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ, ਮੈਂ ਤੈਨੂੰ ਆਸ਼ੀਸ਼ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਗਾ। ਜੋ ਤੈਨੂੰ ਆਸ਼ੀਸ਼ ਦੇਣ ਉਹਨਾਂ ਨੂੰ ਮੈਂ ਆਸ਼ੀਸ਼ ਦਿਆਂਗਾ ਅਤੇ ਜੋ ਤੈਨੂੰ ਸ਼ਰਾਪ ਦੇਣ ਮੈਂ ਉਹਨਾਂ ਨੂੰ ਸ਼ਰਾਪ ਦਿਆਂਗਾ। ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਅਬਰਾਹਮ ਦੀ ਜ਼ਿੰਦਗੀ ਨੂੰ ਦੇਖਦੇ ਹਾਂ, ਅਬਰਾਹਮ ਦੀ ਲਾਈਫ ਨੂੰ ਦੇਖਦੇ ਹਾਂ ਜਾਂ ਉਹਦੇ ਵਿਸ਼ਵਾਸ ਨੂੰ ਦੇਖਦੇ ਹਾਂ, ਤੇ ਅਸੀਂ ਜਿਹੜੇ ਲੋਕ ਖੁਦਾਵੰਦ ਦੇ ਵਿੱਚ ਚੱਲਦੇ ਹਾਂ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਸੀ, ਅਸੀਂ ਜੋ ਖੁਦਾਵੰਦ ਦੇ ਨਾਲ ਚੱਲਦੇ ਹਾਂ, ਜੋ ਪਰਮੇਸ਼ਰ ਦੇ ਨਾਲ ਚੱਲਦੇ ਹਾਂ, ਅਸੀਂ ਕਹਿੰਦੇ ਸਰ ਜਾਣੇ ਕਿ ਅਬਰਾਹਮ ਵਿਸ਼ਵਾਸ ਦਾ ਪਿਤਾ है ना, फॉर क्रिश्चियंस है ना, ईसाइयां वास्ते है ना, क्रिश्चियंस जेडे मसीह लोग है, सॉरी आप मसीह लोग लिखते हैं है ना, जेडे मसीह लोग है, ईसाइयां नहीं, जेडे मसीह लोग, ठीक है, जेडे मसीह लोग आ इन्हां दी अब्राहम की है विश्वास का पिता। ठीक है, जो असी मुसलमान देखते हैं, मुसलमान उन्हां वास्ते अब्राहम की है पिता। ठीक है, उन्हां वास्ते की है पिता। जो ਅਸੀਂ ਯਹੂਦੀ ਦੇਖਦੇ ਹਾਂ, ਯਹੂਦੀ ਦੇਖਦੇ ਉਹਨਾਂ ਵਾਸਤੇ ਅਬਰਾਹਮ ਕੀ ਹੈ ਪਿਤਾ। ਹਾਲੇਲੂਇਆ। ਸੋ ਤਿੰਨ ਜਿਹੜੀਆਂ ਜਿਹੜੀਆਂ ਵੱਡੀਆਂ ਕੌਮਾਂ ਵਾ, ਇਹਨਾਂ ਵਾਸਤੇ ਅਬਰਾਹਮ ਕੀ ਬਣਿਆ ਪਿਤਾ ਬਣਿਆ। ਕਾਹਦਾ ਪਿਤਾ? ਵਿਸ਼ਵਾਸ ਦਾ ਪਿਤਾ। ਹਾਲੇਲੂਇਆ। ਇਹਨਾਂ ਅਬਰਾਹਮ ਦਾ ਵਿਸ਼ਵਾਸ ਅਸੀਂ ਕੁਝ ਪੁਆਇੰਟਾਂ ਦੇ ਵਿੱਚ ਮੈਂ ਤੁਹਾਡੇ ਨਾਲ ਕਲੀਅਰ ਕਰਾਂਗਾ ਕਿ ਅਬਰਾਹਮ ਦਾ ਵਿਸ਼ਵਾਸ ਜਿਹੜਾ ਸੀ, ਕਿਉਂ ਅਬਰਾਹਮ ਦੇ ਵਿਸ਼ਵਾਸ ਨੂੰ ਜਿਹੜਾ ਵਾ ਉਹ ਸਭ ਤੋਂ ਵੱਡਾ ਵਿਸ਼ਵਾਸ ਗਿਣਿਆ ਗਿਆ। ਹਾਲੇਲੂਇਆ। ਦੇਖੋ ਇਸ ਜਗ੍ਹਾ ਤੇ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਛੱਡ ਦੇ, ਤੂੰ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦੇ, ਤੂੰ ਆਪਣੇ ਪਿੰਡ ਨੂੰ ਛੱਡ ਦੇ, ਤੇ ਅਬਰਾਹਮ ਨੇ ਛੱਡ ਦਿੱਤਾ ਹੈ ਨਾ। ਅਬਰਾਹਮ ਦੇ ਕੋਲ ਸੀ ਇੱਕ ਹੁਕਮ, ਅਸੀਂ ਇੱਕ ਹੁਕਮ ਕਹਿ ਸਕਦੇ ਹਾਂ। ਅਬਰਾਹਮ ਦੇ ਕੋਲ ਸੀ ਇੱਕ ਹੁਕਮ। ਠੀਕ ਹੈ, ਕੀ ਹੁਕਮ ਸੀ? ਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਛੱਡ ਦੇ, ਤੂੰ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦੇ, ਤੇ ਤੂੰ ਆਪਣੇ ਪਿੰਡ ਨੂੰ ਛੱਡ ਦੇ। ਅਬਰਾਹਮ ਦੇ ਕੋਲ ਸੀ ਇੱਕ ਵਾਅਦਾ। ਠੀਕ ਹੈ ਜੀ, ਇਸ ਜਗ੍ਹਾ ਤੇ ਤੁਸੀਂ ਗੌਰ ਨਾਲ ਸੁਣੋਗੇ। ਅਬਰਾਹਮ ਦੇ ਕੋਲ ਸੀ ਇੱਕ ਵਰਡ, ਕੀ ਕਿ ਇੱਕ ਹੁਕਮ ਸੀ ਅਬਰਾਹਮ ਦੇ ਕੋਲ ਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਛੱਡ ਦੇ। ਹਾਲੇਲੂਇਆ। ਮੇਰੇ ਖਿਆਲ ਨਾਲ ਜੇ ਅਸੀਂ ਆਪਣੀ ਲਾਈਫ ਵਿੱਚ ਦੇਖੀਏ ਤੇ ਇਹ ਹੁਕਮ ਸਾਡੇ ਕੋਲ ਵੀ ਹੈ। ਠੀਕ ਹੈ ਜੀ, ਇਹ ਹੁਕਮ ਸਾਡੇ ਕੋਲੋਂ ਹੈ, ਬੋਲੋ ਹੈ? ਕੋਈ ਪੜ੍ਹ ਕੇ ਦੱਸ ਸਕਦਾ? ਸਾਡੇ ਕੋਲੋਂ ਸੇਮ ਹੁਕਮ ਆ, ਕੋਈ ਪੜ੍ਹੋ ਜੇ ਤੁਹਾਨੂੰ ਲੱਭਦਾ ਕਿ ਸਾਨੂੰ ਵੀ ਇਹ ਹੁਕਮ ਯਿਸੂ ਮਸੀਹ ਨੇ ਦਿੱਤਾ ਸੀ। ਹਾਂਜੀ, ਮੱਤੀ ਦੀ ਇੰਜੀਲ ਉਹਦਾ 12 ਅਧਿਆਇ ਉਹਦਾ 46 ਵਚਨ ਪੜ੍ਹੀ। ਮੱਤੀ 12 ਦੀ 46। ਜਦੋਂ ਉਹ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ,
जी उस समय उसकी माता ते भरा बाहर खड़े सन जी ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ। जी ਤਦ ਕਿਸੇ ਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਤੇ ਤੇਰੇ ਭਰਾ ਬਾਹਰ ਖੜੇ ਹਨ ਅਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। जी ਪਰ ਉਸ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ? ਅਤੇ ਆਪਣੇ ਚੇਲਿਆਂ ਵੱਲ ਹੱਥ ਫਸਾ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਤੇ ਮੇਰੀ ਭੈਣ ਅਤੇ ਮਾਤਾ ਹੈ। हालेलुया हालेलुया। इस जगह ते यीशु मसीह ने अब्राहम ਨੂੰ ਜਿਹੜਾ ਹੁਕਮ ਦਿੱਤਾ ਸੀ ਉਹ ਕਲੀਅਰ ਕੀਤਾ ਪਰਮੇਸ਼ਰ ਨੇ ਕਿ ਕਿਸ ਤਰ੍ਹਾਂ ਛੱਡਣਾ। ਹਾਲੇਲੂਇਆ ਹਾਲੇਲੂਇਆ। ਇਹਨਾਂ ਆਪਾਂ ਨਵੇਂ ਨਿਯਮ ਦੇ ਵਿੱਚ ਦੇਖਾਂਗੇ ਕਿ ਯਿਸੂ ਮਸੀਹ ਨੇ ਕਿਹਾ ਕਿ ਤੂੰ ਆਪਣੇ ਮਾਤਾ ਪਿਤਾ ਨੂੰ ਮੇਰੇ ਤੋਂ ਵੱਧ ਨਹੀਂ ਪਿਆਰ ਕਰਨਾ, ਤੂੰ ਆਪਣੇ ਮਾਤਾ ਪਿਤਾ ਤੋਂ ਮੈਂ ਤੁਹਾਨੂੰ ਵੱਖ ਕਰਨ ਵਾਸਤੇ ਆਇਆ ਵਾਂ, ਧੀ ਨੂੰ ਮਾਂ ਤੋਂ, ਨੂੰਹ ਨੂੰ ਸੱਸ ਤੋਂ ਵੱਖ ਕਰਨ ਵਾਸਤੇ ਆਇਆ ਵਾਂ। ਇਸ ਜਗ੍ਹਾ ਤੇ ਯਿਸੂ ਮਸੀਹ ਨੇ ਕੀਤਾ। ਯਿਸੂ ਮਸੀਹ ਦੇ ਮਾਤਾ ਤੇ ਭਰਾ ਬਾਹਰ ਖੜੇ ਯਿਸੂ ਮਸੀਹ ਨਾਲ ਗੱਲ ਕਰਨੀ ਚਾਹੁੰਦੇ ਸੀ ਤੇ ਯਿਸੂ ਮਸੀਹ ਨੇ ਸੇਮ ਉਹੀ ਪੈਟਰਨ ਜਿਹੜਾ ਅਬਰਾਹਮ ਦੇ ਟਾਈਮ ਤੇ ਇਸਤੇਮਾਲ ਕੀਤਾ ਸੀ, ਸੇਮ ਯਿਸੂ ਮਸੀਹ ਨੇ ਇਸ ਜਗ੍ਹਾ ਤੇ ਇਸਤੇਮਾਲ ਕੀਤਾ ਕਿ ਕੌਣ ਹੈ ਮੇਰੀ ਮਾਤਾ ਤੇ ਕੌਣ ਹਨ ਮੇਰੇ ਭਰਾ? ਉਹ ਆ ਜਿਹੜਾ ਮੇਰੇ ਪਿਤਾ ਦੀ ਮਰਜ਼ੀ ਦੇ ਉੱਤੇ ਚੱਲਦਾ। ਹਾਲੇਲੂਇਆ। ਜਿਹੜੇ ਮੇਰੇ ਪਿਤਾ ਦੀ, ਜੋ ਮੇਰੇ ਪਿਤਾ ਨੇ ਹੁਕਮ ਦਿੱਤੇ ਆ, ਜਿਹੜਾ ਉਹਨਾਂ ਹੁਕਮਾਂ ਦੇ ਉੱਤੇ ਚੱਲਦਾ। ਹਾਲੇਲੂਇਆ। ਉਹ ਆ ਭੈਣ ਭਰਾ ਸਾਰੇ, ਉਹ ਆ ਮਾਤਾ, ਸਾਡੇ ਪਿਤਾ, ਸਾਡੇ ਭੈਣ ਭਰਾ, ਜੋ ਵੀ ਕੁਝ ਤੁਸੀਂ ਗਿਣ ਸਕਦੇ ਹੋ, ਉਹ ਆ ਸਾਡੇ ਰਿਸ਼ਤੇਦਾਰ, ਸਾਡੇ ਪਿਆਰ ਕਰਨ ਵਾਲੇ, ਜਿਹੜੇ ਸਾਡੇ ਪਿਤਾ ਦੀ ਮਰਜ਼ੀ ਉੱਤੇ ਚੱਲਦੇ। ਹਾਲੇਲੂਇਆ। ਜਿਹੜੇ ਸਾਡੇ ਪਿਓ ਦੀਆਂ ਸਿਫਤਾਂ ਗਾਉਂਦੇ। ਇੱਕ ਵਾਰੀ ਮੈਂ ਦੱਸਦਾ ਹੁੰਦਾ, ਇੱਕ ਵਾਰੀ ਇੱਕ ਆਦਮੀ ਜਾ ਰਿਹਾ ਸੀ, ਰਸਤੇ ਵਿੱਚ ਜਦੋਂ ਜਾ ਰਿਹਾ ਤੇ ਕੋਈ 2-4 ਜਣੇ ਬੈਠ ਕੇ ਨਾ ਤੇ ਯਿਸੂ ਮਸੀਹ ਦੀਆਂ ਗੱਲਾਂ ਕਰ ਰਹੇ ਤੇ ਸਿਫਤਾਂ ਕਰ ਰਹੇ, ਕਹਿੰਦੇ ਕਿੰਨਾ ਮਹਾਨ ਸਾਡਾ ਪਰਮੇਸ਼ਰ, ਕਿੰਨਾ ਵੱਡਾ ਸਾਡਾ ਯਿਸੂ ਮਸੀਹ, ਕਿੰਨਾ ਵਧੀਆ ਸਾਡਾ ਯਿਸੂ ਮਸੀਹ ਜਿਹਨੇ ਆਪਣਾ ਲਹੂ ਬਹਾ ਦਿੱਤਾ ਸਾਡੇ ਵਾਸਤੇ, ਹੈ ਨਾ। ਉਹ ਬੰਦਾ ਕਹਿੰਦਾ ਮੈਨੂੰ ਬੜੀ ਜਲਦੀ ਸੀ, ਮੈਂ ਜਲਦੀ ਜਾ ਰਿਹਾ ਸੀ, ਪਰ ਕਹਿੰਦਾ ਮੈਂ ਉਸੇ ਜਗ੍ਹਾ ਤੇ ਬੈਠ ਗਿਆ ਉਹਨਾਂ ਦੇ ਨਾਲ। ਕਹਿੰਦਾ ਜਦੋਂ ਮੈਂ ਲੇਟ ਪਹੁੰਚਿਆ ਉਸ ਜਗ੍ਹਾ ਤੇ, ਕਹਿੰਦੇ ਤੁਸੀਂ ਪਾਸਾ ਲੇਟ ਹੋ ਗਏ। ਕਹਿੰਦਾ ਉਸ ਜਗ੍ਹਾ ਤੇ ਬੈਠ ਕੇ ਮੇਰੇ ਡੈਡੀ ਦੀਆਂ ਸਿਫਤਾਂ ਗਾ ਰਹੇ ਸੀ, ਮੇਰੇ ਡੈਡੀ ਦੀਆਂ ਸਿਫਤਾਂ ਕਰ ਰਹੇ ਸੀ ਤੇ ਮੇਰੇ ਕੋ ਆਪਣੇ ਪਿਓ ਦੀਆਂ ਸਿਫਤਾਂ ਜਦੋਂ ਕੋਈ ਕਰ ਰਿਹਾ ਸੀ ਨਾ, ਮੈਂ ਉਹਨਾਂ ਦੇ ਨਾਲ ਹੀ ਬਹਿ ਗਿਆ ਕਿ 2-4 ਸਿਫਤਾਂ ਮੈਂ ਵੀ ਆਪਣੇ ਪਿਓ ਦੀਆਂ ਕਰ ਲਵਾਂ। ਹਾਲੇਲੂਇਆ ਹਾਲੇਲੂਇਆ। ਜਿਸ ਜਗ੍ਹਾ ਤੇ ਸਾਡੇ ਬਾਪ ਦੀ ਸਿਫਤ ਹੁੰਦੀ ਆ, ਜਿਸ ਜਗ੍ਹਾ ਤੇ ਸਾਡੇ ਖੁਦਾਵੰਦ ਦੀ ਸਿਫਤ ਹੁੰਦੀ ਆ, ਜਿਸ ਜਗ੍ਹਾ ਤੇ ਸਾਡੇ ਪਰਮੇਸ਼ਰ ਦੀ ਸਿਫਤ ਹੁੰਦੀ ਆ, ਉਸ ਜਗ੍ਹਾ ਤੇ ਸਾਡਾ ਮਨ ਲੱਗਣਾ ਚਾਹੀਦਾ, ਉਸ ਜਗ੍ਹਾ ਤੇ ਸਾਡਾ ਦਿਲ ਲੱਗਣਾ ਚਾਹੀਦਾ, ਉਹ ਸਾਨੂੰ ਆਪਣੇ ਲੱਗਣੇ ਚਾਹੀਦੇ ਆ ਜਿਹੜੇ ਸਾਡੇ ਪਿਓ ਦੀਆਂ ਸਿਫਤਾਂ ਗਾਉਂਦੇ। ਹਾਲੇਲੂਇਆ। ਕਿਉਂ ਮਸੀਹ ਲੋਕਾਂ ਵਿੱਚ ਅਸੀਂ ਦੂਸਰੀ ਕੰਟਰੀ ਵਿੱਚ ਚਲੇ ਜਾਈਏ, ਅਸੀਂ ਦੂਸਰੇ ਰਾਜ ਵਿੱਚ ਚਲੇ ਜਾਈਏ, ਕਿਤੇ ਵੀ ਜਗ੍ਹਾ ਚਲੀਏ, ਮਸੀਹ ਲੋਕਾਂ ਦੇ ਨਾਲ ਪਿਆਰ ਕਰਨਗੇ। ਕਿਉਂਕਿ ਸਾਡਾ ਬਾਪ ਕੀ ਆ? ਇੱਕ ਆ। ਹਾਲੇਲੂਇਆ। ਸਾਡਾ ਬਾਪ ਕੀ ਆ? ਇੱਕ ਆ। ਤੇ ਜਦੋਂ ਅਸੀਂ ਸੰਗਤ ਵਿੱਚ ਬੈਠੀਏ ਨਾ ਤੇ ਸਾਡੇ ਪਿਓ ਦੀਆਂ ਸਿਫਤਾਂ ਗਾਉਂਦੇ ਹੋਣ ਲੋਕ, ਤੇ ਸਾਡਾ ਮਨ ਆਰਾਧਨਾ ਦੇ ਵਿੱਚ ਬਾਗ ਹੋਣਾ ਚਾਹੀਦਾ। ਸਾਡਾ ਮਨ ਆਰਾਧਨਾ ਵਿੱਚ ਲੱਗਣਾ ਚਾਹੀਦਾ ਵਾ ਕਿ ਕਿਹਦੀਆਂ ਸਿਫਤਾਂ ਗਾਉਂਦੇ ਆ, ਕਿਸੇ ਦੂਜੇ ਬਗਾਨੇ ਦੀਆਂ ਸਿਫਤਾਂ ਨਹੀਂ ਗਾਉਂਦੇ, ਕਿਸੇ ਹੋਰ ਦੀਆਂ ਸਿਫਤਾਂ ਨਹੀਂ ਗਾਉਂਦੇ, ਬਲਕਿ ਕਿਹਦੀਆਂ ਸਿਫਤਾਂ ਗਾਈ ਜਾ ਰਹੀਆਂ? ਮੇਰੇ ਯਿਸੂ ਮਸੀਹ ਦੀਆਂ, ਮੇਰੇ ਡੈਡੀ ਦੀਆਂ ਸਿਫਤਾਂ ਗਾ ਰਹੇ, ਮੇਰੇ ਬਾਪ ਦੀਆਂ ਸਿਫਤਾਂ ਗਾ ਰਹੇ। ਹਾਲੇਲੂਇਆ। ਇਹਨਾਂ ਜਿੰਨਾ ਅਸੀਂ ਇਸ ਚੀਜ਼ ਵੱਲ ਤਵੱਜੋ ਲਾਵਾਂਗੇ, ਇਸ ਚੀਜ਼ ਦੇ ਵੱਲ ਧਿਆਨ ਦੇਵਾਂਗੇ, ਓਨਾ ਹੀ ਜ਼ਿਆਦਾ ਸਾਡਾ ਮਨ ਜਿਹੜਾ ਵਾ ਉਹ ਖੁਦਾਵੰਦ ਦੇ ਵੱਲ ਲੱਗੇਗਾ, ਹੈ ਨਾ। ਇਸ ਜਗ੍ਹਾ ਤੇ ਯਿਸੂ ਮਸੀਹ ਨੇ ਕਿਹਾ ਕਿ ਕੌਣ ਹੈ ਮੇਰੀ ਮਾਤਾ, ਕੌਣ ਮੇਰੇ ਭਰਾ? ਉਹ ਆ ਜਿਹੜੇ ਮੇਰੇ ਪਿਤਾ ਦੀ ਮਰਜ਼ੀ ਉੱਤੇ ਚੱਲਦੇ। ਹਾਲੇਲੂਇਆ। ਅਸੀਂ, ਸਾਡੇ ਭੈਣ ਭਰਾ ਕੌਣ ਹੈ? ਜੇ ਅਸੀਂ ਕਲੀਸਿਆ ਆਪਣੇ ਭੈਣ ਭਰਾਵਾਂ ਦੀ ਗੱਲ ਕਰੀਏ, ਸਾਡੇ ਭੈਣ ਭਰਾ ਉਹ ਆ ਜਿਹੜੇ ਐਤਵਾਰ ਨੂੰ ਪ੍ਰੋਗਰਾਮ ਰੱਖ ਲੈਂਦੇ। ਸਾਨੂੰ ਆਪਣੇ ਭੈਣ ਭਰਾ ਕੌਣ ਦੇਖਦੇ ਆ? ਜਿਹੜੇ ਐਤਵਾਰ ਨੂੰ ਧਮਾਨ ਰੱਖ ਲੈਂਦੇ, ਜਿਹੜੇ ਐਤਵਾਰ ਨੂੰ ਵਿਆਹ ਰੱਖ ਲੈਂਦੇ, ਜਿਹੜੇ ਐਤਵਾਰ ਨੂੰ ਕੋਈ ਪ੍ਰੋਗਰਾਮ ਰੱਖਦੇ ਨਾ, ਸਾਨੂੰ ਉਹ ਆਪਣੇ ਭੈਣ ਭਰਾ ਦੇਖਦੇ। ਅਸੀਂ ਕਹਿੰਦੇ ਅਸੀਂ ਆਪਣੀ ਭੈਣ ਨਹੀਂ ਛੱਡ ਸਕਦੇ, ਅਸੀਂ ਆਪਣਾ ਭਰਾ ਨਹੀਂ ਛੱਡ ਸਕਦੇ। ਹਾਲੇਲੂਇਆ। ਅਸੀਂ ਕੀ ਛੱਡ ਦੇਵਾਂਗੇ? ਅਸੀਂ ਸੰਗਤ ਛੱਡ ਦੇਵਾਂਗੇ, ਅਸੀਂ ਬੰਦਗੀ ਦੇ ਵਿੱਚ ਉੱਠ ਕੇ ਚਲੇ ਜਾਵਾਂਗੇ। ਜਾਂ ਕਈ ਲੋਕ ਉਹਦੇ ਤੋਂ ਵੀ ਗਾਂਹ ਹੋਣਗੇ, ਹੈ ਨਾ। ਕਈ ਤਾਂ ਛੱਡਣ ਵਾਲੇ ਹੋਣਗੇ ਨਾ ਵੀ ਬੰਦਗੀ ਤੇ ਉੱਠ ਕੇ ਚਲੇ ਜਾਣਗੇ। ਕਈ ਕਹਿਣਗੇ ਪਾਸਟਰ ਜੀ ਅੱਜ ਤਾਂ ਛੇਤੀ ਨਾ ਸਮਾਪਤੀ ਕਰ ਦੋਗੇ। ਕਿਉਂਕਿ ਮੇਰੇ ਭਰਾ ਦੇ ਪੁਰਾਣੇ ਦਾ ਧਮਾਨ ਆ ਤੇ ਸਾਨੂੰ ਪਾਸੇ ਹੀ ਜਾਣਾ ਪੈਣਾ ਤੇ ਬੰਦਗੀ ਥੋੜੀ ਜਿਹੀ ਕਰ ਦਿਓ, ਛੇਤੀ ਸਮਾਪਤੀ ਕਰ ਦਿਓ। ਹਾਲੇਲੂਇਆ ਹਾਲੇਲੂਇਆ। ਜਾਂ ਮਤਲਬ ਕਿ ਕਹਿਣਗੇ ਪਾਸਟਰ ਜੀ ਅੱਜ ਨਾ ਸਾਡੇ ਮੁੰਡੇ ਦੀ ਬਰਾਤ ਆ ਤੇ ਐਤਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ। ਹਾਲੇਲੂਇਆ। ਇੱਕ ਵਿਸ਼ਵਾਸੀ ਜਿਹੜਾ ਹਫ਼ਤੇ ਦਾ ਦਿਨ ਦੇਖਣ ਤੋਂ ਪਹਿਲਾਂ ਤਰੀਕ ਰੱਖ ਲੈਂਦਾ।
ਹਾਲੇਲੂਇਆ। ਆਪਣੇ ਘਰ ਦਾ ਲੈਂਟਰ, ਆਪਣੇ ਘਰ ਦਾ ਪ੍ਰੋਗਰਾਮ, ਆਪਣੇ ਘਰ ਦੀ ਨੀਂਹ ਰੱਖਣੀ ਚਾਹੁੰਦਾ ਵਾ, ਹੈ ਨਾ। ਪਿਛੇ ਜੇ ਪਰਿਵਾਰ ਸੀ, ਉਹਨਾਂ ਨੇ ਐਤਵਾਰ ਨੂੰ ਲੈਂਟਰ ਰੱਖ ਲਿਆ। ਚਲੋ ਨਵੇਂ ਵਿਸ਼ਵਾਸੀ ਸੀ, ਉਹਨਾਂ ਨੇ ਲੈਂਟਰ ਰੱਖ ਲਿਆ ਤੇ ਕਹਿੰਦੇ ਪਾਸੇ ਤੁਸੀਂ ਜ਼ਰੂਰ ਆਉਣਾ। ਹੁਣ ਸਾਡੇ ਕੋਲੋਂ ਹੈ 11 ਵਜੇ ਕਹਿੰਦੇ ਕਿ ਤੁਸੀਂ 11 ਵਜੇ ਆ ਜਾਓ। ਹੁਣ ਸਾਡੇ ਨਾਗਾ ਦੇ ਬੰਦਗੀ ਹੁੰਦੀ ਆ 8:30 ਵਜੇ ਸ਼ੁਰੂ ਹੁੰਦੀ ਆ ਤੇ 11 ਵਜੇ ਤਕਰੀਬਨ ਨਾਗਾ ਦੀ ਬੰਦਗੀ ਸਮਾਪਤ ਹੁੰਦੀ ਆ। ਇਸ ਜਗ੍ਹਾ ਤੇ 11 ਵਜੇ ਬੰਦਗੀ ਸ਼ੁਰੂ ਹੁੰਦੀ ਆ ਤੇ ਇਹ ਸਮਾਪਤ ਹੁੰਦੀ ਆ ਤਕਰੀਬਨ 3 ਤੇ ਨਾਰਮਲੀ ਵੱਜ ਜਾਂਦੇ। 3 ਵਜੇ ਮੰਨ ਲਓ ਇਹ ਸਮਾਪਤੀ ਹੋਈ ਤੇ 3 ਵਜੇ ਤੋਂ ਬਾਅਦ 1 ਘੰਟਾ ਜਿਹੜਾ ਮੇਰਾ ਨਾ ਉਹ ਇਸ ਜਗ੍ਹਾ ਤੇ ਲੰਘ ਜਾਂਦਾ। ਲੋਕ ਮਿਲਣ ਆ ਗਏ, ਕੋਈ ਗੱਲ ਕਰਨੀ ਪਰਸਨਲ। ਉਸ ਤੋਂ ਬਾਅਦ 1 ਘੰਟੇ ਦੇ ਬਾਅਦ ਮੈਂ ਖਾਣਾ ਖਾਣ ਵਾਸਤੇ ਚਲਾ ਜਾਵਾਂਗਾ। ਅੱਧਾ ਘੰਟਾ ਪੌਣਾ ਘੰਟਾ ਜਿਹੜਾ ਉਸ ਜਗ੍ਹਾ ਤੇ ਲੱਗ ਜਾਏਗਾ। 5 ਵਜੇ ਜਾ ਕੇ ਤੇ ਉੱਪਰ 2-4 ਮਿੰਟ ਜਿਹੜੀ ਉਹ ਅਸੀਂ ਰੈਸਟ ਕਰਾਂਗੇ। ਪਾਣੀ ਪੀਵਾਂਗੇ ਠੰਡਾ ਹੁੰਦਾ ਥੋੜਾ ਜਿਹਾ, ਮਤਲਬ ਕਿ ਗਲੇ ਨੂੰ ਜਿਹੜਾ ਉਹ ਰੈਸਟ ਕਰਾਂਗੇ ਸਾਰਾ ਦਿਨ ਬੋਲ ਕੇ। ਤੇ ਅਸੀਂ ਕੀ ਇੰਤਜ਼ਾਰ ਕਰ ਰਹੇ ਹਾਂ ਕਿ ਪਾਸਟਰ ਜੀ ਹੋਣਾ ਆਉਣਾ। ਹਾਲੇਲੂਇਆ। ਹਮੇਸ਼ਾ ਯਾਦ ਰੱਖੋ ਕਿ ਸਾਡੇ ਉਹ ਭੈਣ ਭਰਾ ਨਹੀਂ ਹੋਣੇ ਚਾਹੀਦੇ ਜਿਹੜੇ ਐਤਵਾਰ ਨੂੰ ਪ੍ਰੋਗਰਾਮ ਰੱਖਦੇ। ਹਾਲੇਲੂਇਆ। ਸਾਡੇ ਕਈ ਰਿਸ਼ਤੇਦਾਰ ਆ, ਪਾਸਟਰ ਨਹੀਂ ਹੁੰਦੇ ਰਿਸ਼ਤੇਦਾਰ ਜਿਹੜੇ ਉਹ ਚਰਚ ਜਾਣ ਵਾਲੇ ਜ਼ਿਆਦਾ ਨਹੀਂ। ਉਹ ਐਤਵਾਰ ਨੂੰ ਪ੍ਰੋਗਰਾਮ ਰੱਖ ਕੇ ਤੇ ਉਹ ਇੰਨਾ ਸੁਣਾ ਦੇ ਦੇਣਗੇ ਕਿ ਅਸੀਂ ਉਹਨਾਂ ਨੂੰ ਤਾਂ ਨਹੀਂ ਕਿਹਾ ਕਿ ਉਹਨਾਂ ਨੇ ਆਉਣਾ ਨਹੀਂ ਹੈ। ਅਸੀਂ ਉਹਨਾਂ ਨੂੰ ਨਹੀਂ ਕਹਿਣਾ, ਉਹਨਾਂ ਨੂੰ ਅਸੀਂ ਤਾਂ ਨਹੀਂ ਕਿਹਾ ਕਿ ਉਹਨਾਂ ਨੇ ਆਉਣਾ ਨਹੀਂ ਆ। ਸਾਡੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇ, ਸਾਡੇ ਹਰ ਇੱਕ ਜਗ੍ਹਾ ਤੇ ਪਤਾ ਲੱਗ ਜਾਏ ਕਿ ਐਤਵਾਰ ਨੂੰ ਬੰਦਾ ਹਿੱਲਣ ਵਾਲਾ ਨਹੀਂ ਆ, ਕੱਚੇ ਈਮਾਨ ਦੇ ਨਹੀਂ ਆ। ਹਾਲੇਲੂਇਆ। ਹੁਕਮ ਕਿ ਤੂੰ ਆਪਣੇ ਦੇਸ਼ ਨੂੰ ਛੱਡ ਦੇ, ਜਿੱਥੇ ਮੂਰਤੀ ਪੂਜਾ ਹੁੰਦੀ ਹੈ, ਜਿੱਥੇ ਗਲਤ ਕੰਮ ਹੁੰਦੇ ਛੱਡ ਦੇ। ਤੂੰ ਆਪਣੇ ਪਿਓ ਦੇ ਘਰ ਨੂੰ ਛੱਡ ਦੇ ਜਿਹੜਾ ਗਲਤ ਕਰ ਰਿਹਾ। ਤੂੰ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦੇ। ਹਾਲੇਲੂਇਆ। ਅਬਰਾਹਮ ਨੂੰ 2 ਭਰਾ ਸੀ। ਅਬਰਾਹਮ ਦਾ ਇੱਕ ਭਤੀਜਾ ਸੀ। ਮੈਂ ਉਹਦੇ ਬਾਰੇ ਥੋੜਾ ਜਿਹਾ ਅਸੀਂ ਭਤੀਜੇ ਦੇ ਬਾਰੇ ਸਿੱਖਾਂਗੇ। ਹਾਲੇਲੂਇਆ। ਅਬਰਾਹਮ ਦੀ ਉਸ ਤੋਂ ਬਾਅਦ ਇੱਕ ਵੱਡੀ ਫੈਮਿਲੀ ਸੀ ਜਿਹਦੇ ਵਿੱਚ ਆਪਣੇ ਮਤਲਬ ਕਿ ਰਿਸ਼ਤੇਦਾਰਾਂ ਦੇ ਵਿੱਚ ਹੀ ਅਬਰਾਹਮ ਦਾ ਵਿਆਹ ਸੀ। ਉਹਦੀ ਵਾਈਫ ਦਾ ਨਾਮ ਸਾਰਾਈ ਸੀ, ਹੈ ਨਾ। ਜਦੋਂ ਅਸੀਂ ਉਹਦੀ ਵਾਈਫ ਦਾ ਨਾਮ ਜਦੋਂ ਅਸੀਂ ਅਬਰਾਹਮ ਦਾ ਨਾਮ ਪੜ੍ਹਦੇ ਹਾਂ ਅਸੀਂ ਅਬਰਾਹਮ ਬੋਲਦੇ ਹਾਂ, ਬਟ ਜਿੰਨਾ ਤੱਕ ਪਰਮੇਸ਼ਰ ਦਾ ਨਾਮ ਬਦਲਿਆ ਨਹੀਂ ਸੀ ਉਦੋਂ ਤੱਕ ਅਬਰਾਹਮ ਦਾ ਨਾਮ ਅਬਰਾਮ ਸੀ। ਠੀਕ ਹੈ ਜੀ। ਪਿਤਾ, ਅਬਰਾਹਮ ਦਾ ਮਤਲਬ ਪਿਤਾ। ਤੇ ਜਦੋਂ ਅਬਰਾਹਮ ਗਿਣਿਆ ਗਿਆ ਉਹਦਾ ਨਾਮ ਮਤਲਬ ਕੌਮਾਂ ਦਾ ਪਿਤਾ। ਹਾਲੇਲੂਇਆ। ਹੈ ਨਾ। ਉਹਦੀ ਵਾਈਫ ਦਾ ਨਾਮ ਸੀ ਸਾਰਾਈ। ਜਦੋਂ ਪਰਮੇਸ਼ਰ ਨੇ ਬਰਕਤ ਦਿੱਤੀ ਉਹਦਾ ਨਾਮ ਰੱਖ ਦਿੱਤਾ ਗਿਆ ਸਾਰਾ। ਹਾਲੇਲੂਇਆ। ਹੁਣ ਇਸ ਜਗ੍ਹਾ ਤੇ ਸਾਡਾ ਜਾਨ ਖੁਦਾਵੰਦ ਦੇ ਮਗਰ ਚੱਲਣ ਦੇ ਨਾਲ ਸਾਡੇ ਅੰਦਰ 2 ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ ਹੋਣਾ ਚਾਹੀਦਾ ਹੁਕਮ ਤੇ ਇੱਕ ਹੋਣਾ ਚਾਹੀਦਾ ਵਾਅਦਾ। ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ। ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਹੀ ਜੇ ਅਸੀਂ ਹੁਕਮ ਤੇ ਨਹੀਂ ਚੱਲਦੇ ਤੇ ਸਾਡੀ ਜ਼ਿੰਦਗੀ 'ਚ ਵਾਅਦਾ ਨਹੀਂ ਪੂਰਾ ਹੋਇਆ। ਬੋਲੋ, ਜੇ ਅਸੀਂ ਹੁਕਮ ਤੇ ਨਹੀਂ ਚੱਲਦੇ ਵਾਅਦਾ ਨਹੀਂ ਪੂਰਾ ਹੋਇਆ। ਇਸ ਜਗ੍ਹਾ ਤੁਸੀਂ ਡਿਟੇਲ ਨਾਲ ਪੜੋਗੇ। ਪਹਿਲਾਂ ਹੁਕਮ ਆ, ਫਿਰ ਵਾਅਦਾ। ਅਸੀਂ ਕਹਿੰਦੇ ਪਹਿਲਾਂ ਵਾਅਦਾ ਦੇ, ਫਿਰ ਹੁਕਮਾਂ ਦੀ ਪਾਲਣਾ ਕਰਾਂਗੇ। ਹਾਲੇਲੂਇਆ। ਇਸ ਜਗ੍ਹਾ ਤੇ ਜੇ ਤੁਸੀਂ ਹੁਕਮ, ਸਾਡੇ ਵਾਸਤੇ ਹੁਕਮ ਦੇਖੋ ਤੇ ਲਿਖਿਆ ਤੁਸੀਂ ਜਾਓ ਤੇ ਸਾਰੀਆਂ ਕੌਮਾਂ ਨੂੰ ਕੀ ਬਣਾਓ? ਚੇਲੇ ਬਣਾਓ। ਹਾਲੇਲੂਇਆ। ਹੁਣ ਕਦੀ ਸਾਨੂੰ ਸਾਡੇ ਮਾਈਂਡ 'ਚ ਆਏਗਾ ਕਿ ਪਾਸਟਰ ਜੀ ਨਾ ਫਲਾਣੇ ਪਾਸਟਰ ਬਾਰੇ ਬੋਲਦੇ ਆ, ਉਹਦੀ ਪਾਸਟਰ ਦੀ ਲੱਤ ਖਿੱਚਦੇ ਆ, ਇਹ ਪਾਸਟਰ ਦੀ ਲੱਤ ਖਿੱਚਦੇ ਆ, ਉਹਦੀ ਟੀਚਿੰਗ ਨਹੀਂ ਚੰਗੀ, ਉਹ ਵਧੀਆ ਨਹੀਂ ਸਿਖਾ ਰਿਹਾ, ਉਹ ਵਚਨ ਦੇ ਵਿੱਚ ਘਾਪਾ ਕਰ ਰਿਹਾ। ਹਾਲੇਲੂਇਆ। ਮੈਂ ਇੱਕ ਗੱਲ ਸੁਣ ਰਿਹਾ ਸੀ, ਮੈਨੂੰ ਬੜੀ ਪਿਆਰੀ ਗੱਲ ਲੱਗੀ। ਕਿਸੇ ਨਾਲ ਕੋਈ ਫੋਨ ਤੇ ਗੱਲ ਕਰ ਰਿਹਾ ਸੀ, ਕਹਿੰਦਾ ਤੁਸੀਂ ਪਾਸਟਰ ਦੀ ਲੱਤ ਕੋ ਖਿੱਚਦੇ? ਕਹਿੰਦਾ ਕਿਹਦੀ? ਉਹਨੇ ਪਾਸਟਰ ਦਾ ਨਾਮ ਲਿਆ, 2 ਪਾਸਟਰਾਂ ਦੇ ਨਾਮ ਲਏ, ਮੈਂ ਨਾਮ ਨਹੀਂ ਲਵਾਂਗਾ। ਉਹਨੇ 2 ਪਾਸਟਰਾਂ ਦੇ ਨਾਮ ਲਏ ਕਿ ਤੁਸੀਂ ਉਹਨਾਂ ਦੀ ਲੱਤ ਕੋ ਖਿੱਚਦੇ? ਤੇ ਕਹਿੰਦਾ ਕਿ ਮੈਂ ਤੇ ਉਹਨਾਂ ਨੂੰ ਐਕਸਪੋਜ਼ ਕਰਨਾ ਕਿ ਉਹਨਾਂ ਦੀ ਟੀਚਿੰਗ ਗਲਤ ਆ, ਉਹ ਪਰਮੇਸ਼ਰ ਦੇ ਵੱਲੋਂ ਨਹੀਂ। ਹਾਲੇਲੂਇਆ। ਤੇ ਕਹਿੰਦਾ ਬਾਈਬਲ 'ਚ ਲਿਖਿਆ ਕਿ ਇੱਕ ਦੂਜੇ ਦਾ ਆਦਰ ਕਰੋ, ਇੱਕ ਦੂਜੇ ਦਾ ਆਦਰ ਕਰੋ। ਠੀਕ। ਕਹਿੰਦਾ ਠੀਕ ਹੈ, ਮੈਂ ਆਦਰ ਕਰਾਂਗਾ। ਕਹਿੰਦਾ ਮੰਨ ਲਓ ਤੁਹਾਡੀ ਦੁਕਾਨ, ਤੁਹਾਡੇ ਘਰ ਦੇ ਲਾਗੇ ਇੱਕ ਦੁਕਾਨ ਆ ਜਿਹੜੇ ਚੌਲਾਂ ਦੇ ਵਿੱਚ ਮਿੱਟੀ ਪਾ ਕੇ ਵੇਚਣ ਦੇ, ਚੌਲਾਂ ਦੇ ਵਿੱਚ ਮਿੱਟੀ ਪਾ ਕੇ ਵੇਚਣ ਦੇ, ਤੇ ਤੁਸੀਂ ਕੀ ਕਰੋਗੇ? ਕਹਿੰਦੇ ਅਸੀਂ ਨਹੀਂ ਲਵਾਂਗੇ। ਕਹਿੰਦੇ ਤੁਸੀਂ ਨਹੀਂ ਲਓਗੇ ਕਿ ਹੋਰ ਵੀ ਕੁਝ ਕਰੋਗੇ? ਕਹਿੰਦੇ ਅਸੀਂ ਦੂਜਿਆਂ ਨੂੰ ਵੀ ਦੱਸਾਂਗੇ ਕਿ ਉੱਥੋਂ ਚੌਲ ਨਾ ਲਿਓ, ਮਿੱਟੀ ਪਾਉਂਦੇ ਜੀ। ਤੇ ਕਹਿੰਦੇ ਉਹ ਤੇ ਚੌਲਾਂ ਵਿੱਚ ਮਿੱਟੀ ਪਾਉਂਦੇ ਆ
ਤੇ ਤੁਸੀਂ ਤਾਂ ਦੂਜਿਆਂ ਨੂੰ ਦੱਸੋਗੇ ਉਹ ਵਚਨ ਦੇ ਵਿੱਚ ਮਿੱਟੀ ਪਾ ਰਹੇ, ਤੇ ਤੁਸੀਂ ਕਹਿੰਦੇ ਹੋ ਕਿ ਕਿਸੇ ਨੂੰ ਨਾ ਦੱਸੋ। ਉਹਨਾਂ ਦਾ ਮਿੱਟੀ ਪਾਉਣ ਵਾਲਿਆਂ ਦਾ ਆਦਰ ਕਰੋ। ਹਾਲੇਲੂਇਆ, ਹਾਲੇਲੂਇਆ। ਵਚਨ ਦੇ ਵਿੱਚ ਮਿੱਟੀ ਨਾ ਪਾਉਣੀ ਤੇ ਨਾ ਪਾਉਣ ਦੇਣੀ। ਜਿਹੜਾ ਪਾਉਂਦਾ ਵਾ ਉਹਦਾ ਨਾਮ ਲਓ, ਦੱਸੋ ਉਹਦੇ ਬਾਰੇ ਕਿ ਗਲਤ ਟੀਚਿੰਗ ਕਰ ਰਿਹਾ, ਤੇਲ ਵੇਚ ਰਿਹਾ ਵਾ, ਪਾਣੀ ਵੇਚ ਰਿਹਾ ਵਾ, ਸਾਬਣ ਵੇਚ ਰਿਹਾ ਵਾ। ਮੈਂ ਦੱਸਿਆ ਸੀ ਨਾ, ਸਾਬਣ ਦੇ ਉੱਤੇ ਪ੍ਰਾਰਥਨਾ ਕਰਕੇ ਤੇ ਕੀ ਵੇਚੀ ਜਾਂਦੇ? ਸਾਬਣ ਵੇਚੀ ਜਾਂਦੇ। ਇੱਕ ਰਹਿ ਗਿਆ, ਉਹ ਲਾਸਟ ਰਹਿ ਗਿਆ। ਜਿਹਨੇ ਪ੍ਰੋਫਿਟ ਨੇ ਪ੍ਰਾਰਥਨਾ ਕੀਤੀ, ਅਭਿਸ਼ੇਕ ਕੀਤਾ ਹੋਇਆ ਸਾਬਣ, ਜਿਹਨੇ ਲੈਣਾ ਲੈ ਜਾਓ ਆਣ। ਦੱਸੋ, ਮੰਡੀਆਂ ਲੱਗੀਆਂ ਚਰਚਾਂ ਦੇ ਵਿੱਚ। ਹਾਲੇਲੂਇਆ। ਚਰਚਾਂ 'ਚ ਕੀ ਲੱਗੀਆਂ? ਮੰਡੀਆਂ ਲੱਗੀਆਂ ਹੈ ਨਾ। ਮੰਡੀਆਂ ਦੇ ਵਿੱਚ ਏਦਾਂ ਹੁੰਦਾ, ਖਿੱਚੋ ਤੋਈ ਕਰਨਾ, ਆ ਜਾਓ ਆ ਜਾਓ ਆ ਜਾਓ ਆ ਜਾਓ। ਕਿਤੇ ਬਾਜ਼ਾਰ ਲੱਗਣਗੇ ਨਾ, ਆਪਣੇ ਪੰਜਾਬ 'ਚ ਬਾਜ਼ਾਰ ਨਹੀਂ ਲੱਗਦੇ। ਪੰਜਾਬ ਤੋਂ ਬਾਹਰ ਦੇਖੋਗੇ ਨਾ, ਜਿੱਦਾਂ ਉੜੀਸਾ ਸਾਈਡ, ਗੁਜਰਾਤ 'ਚ ਮੈਂ 2 ਜਗ੍ਹਾ ਤੇ ਸਰਵੇ ਕਰਕੇ ਆਇਆ ਸੀ, ਉੜੀਸਾ 'ਚ ਤੇ ਗੁਜਰਾਤ 'ਚ। ਹਫ਼ਤੇ ਦਾ ਬਾਜ਼ਾਰ ਲੱਗਦਾ ਉੱਥੇ, ਕਿਤੇ ਮੰਗਲਵਾਰ ਦੀ ਦਿਨ ਹੁੰਦਾ ਹੈ ਨਾ। ਜਿੱਦਾਂ ਮੰਨ ਲਓ ਇਹ ਆਪਣੇ ਚਰਚ ਦੇ ਲਾਗੇ ਖੁੱਲੀ ਜਗ੍ਹਾ ਵਾ ਨਾ, ਜਾਂ ਗਰਾਊਂਡ ਹੋਏ ਲਾਗੇ ਪਿੰਡ ਦੇ, ਤੇ ਉਹਨਾਂ ਨੇ ਉਸ ਜਗ੍ਹਾ ਤੇ ਬਾਜ਼ਾਰ ਲਾ ਦੇਣਾ। ਬੜਾ ਵੱਡਾ ਬਾਜ਼ਾਰ ਲੱਗੇਗਾ, ਜਿਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਉਹ ਸਵੱਲੀ ਮਿਲੇਗੀ। ਹਰ ਇੱਕ ਚੀਜ਼ ਭਾਅ ਦੇ ਨਾਲੋਂ, ਜਿਹੜਾ ਭਾਅ ਵਾ ਐਗਜ਼ੈਕਟ ਭਾਅ ਵਾ ਉਹਦੇ ਨਾਲੋਂ ਸਸਤੀ ਮਿਲੇਗੀ। ਚਾਹੇ ਸੌਦਾ ਹੋਵੇ, ਚਾਹੇ ਉਹ ਖਿਡੌਣੇ ਹੋਣ, ਚਾਹੇ ਉਹ ਕੱਪੜੇ ਹੋਣ, ਹਰ ਇੱਕ ਚੀਜ਼ ਦਾ ਜਿਹੜਾ ਵਾ ਉਹ ਬਾਜ਼ਾਰ ਲੱਗੇਗਾ। ਉਸ ਜਗ੍ਹਾ ਤੇ ਬਾਜ਼ਾਰ 'ਚ ਬੜੀ ਭੀੜ ਹੋਏਗੀ, ਤੇ ਲੋਕ ਜਿਹੜੇ ਖਿੱਚੋ ਤੁਸੀਂ ਪੂਰੀ ਕਰਦੇ ਹੋਣ ਕਿ ਮੇਰਾ ਸਮਾਨ ਵਿਕ ਜੇ, ਮੇਰਾ ਸਮਾਨ ਵਿਕ ਜੇ, ਮੇਰਾ ਸਮਾਨ ਵਿਕ ਜੇ, ਹੈ ਨਾ। ਹੁਣ ਜਿਹੜਾ ਚਰਚਾ ਦਾ ਹਾਲ ਬਣਿਆ ਹੈ ਕਿ ਹਫ਼ਤੇ ਦੇ ਹਫ਼ਤੇ ਕੀ ਲੱਗਦੀ ਹੈ? ਮੰਡੀ ਲੱਗਦੀ ਹੈ, ਬਾਜ਼ਾਰ ਲੱਗਦਾ ਵਾ, ਜਿਹਦੇ ਵਿੱਚ ਸਮਾਨ ਵੇਚਣ ਦੇ। ਹਾਲੇਲੂਇਆ, ਹੈ ਨਾ। ਪਰਮੇਸ਼ਰ ਨੇ ਕਿਹਾ ਚੇਲੇ, ਤੁਸੀਂ ਜਾ ਕੇ ਚੇਲੇ ਬਣੋ, ਕਿਉਂਕਿ ਸਵਰਗ ਵਿੱਚ ਜਾਣਾ ਜੇ ਚੇਲਿਆਂ ਨੇ। ਬੋਲੋ ਕਿੰਨੇ ਜਾਣਾ? ਹੈ ਨਾ। ਕਈ ਲੋਕਾਂ ਨੂੰ ਕਹਿ ਦੇਣਗੇ ਨਾ, ਆਹ ਤੇ ਪਾਸਟਰ ਦਾ ਚੇਲਾ ਹੀ ਬਣਦਾ। ਮਤਲਬ ਚੇਲਾ ਵਾਤੇ ਕਿੱਥੇ ਜਾਊਗਾ? ਇੱਕ ਲੱਜਤ ਹੋਣ ਵਾਲੀ ਗੱਲ ਨਹੀਂ ਹੈ ਕਿ ਜੇ ਤੁਹਾਨੂੰ ਕਹੇ ਕੋਈ ਵੀ ਆਹ ਦੇ ਪਾਸੇ ਦਾ ਚਮਚਾ, ਆਹ ਦੇ ਪਾਸੇ ਦਾ ਚੇਲਾ ਪੱਕਾ। ਹਾਲੇਲੂਇਆ। ਇਹੋ ਹੀ ਤੇ ਕਰਨਾ ਹੈ। ਆਪਣੇ ਭਾਵੇਂ ਨਹੀਂ ਚੇਲੇ ਬਣਾਉਣੇ, ਯਿਸੂ ਮਸੀਹ ਦੇ ਬਣਾਉਣੇ ਆ, ਪਰ ਚੇਲੇ ਬਣਾਉਣ ਵਾਸਤੇ ਹੀ ਆਏ। ਹਾਲੇਲੂਇਆ। ਤੇ ਚੇਲਿਆਂ ਦੇ ਵਿੱਚ ਰਿਲੇਸ਼ਨ ਹੋਣਾ ਚਾਹੀਦਾ ਵਾ ਕਿ ਅਸੀਂ ਜਦੋਂ ਇੱਕ ਦੂਜੇ ਵੱਲ ਦੇਖਾਂਗੇ, ਇੱਕ ਦੂਜੇ ਨੂੰ ਦੇਖਾਂਗੇ, ਸਾਡਾ ਇੱਕ ਦੂਜੇ ਵੱਲ ਵੇਖ ਕੇ ਹੌਸਲਾ ਵਧੇ। ਇੱਕ ਦੂਜੇ ਵੱਲ ਵੇਖ ਕੇ ਅਸੀਂ ਤਸੱਲੀ ਦੇ ਵਿੱਚ ਆਈਏ ਕਿ ਸਾਡੇ ਭੈਣ ਭਰਾ ਅੱਗੇ ਵਧ ਰਹੇ ਪ੍ਰਾਰਥਨਾ ਦੇ ਵਿੱਚ, ਮੈਂ ਵੀ ਵਧਣਾ। ਸਾਡਾ ਉਹਨਾਂ ਵੱਲ ਵੇਖ ਕੇ ਹੌਸਲਾ ਟੁੱਟੇ ਨਾ। ਜਿਹੜੇ ਭੈਣ ਭਰਾ ਸ਼ਰਾਬਾਂ ਪੀ ਰਹੇ, ਉਹ ਸਾਡੇ ਕੁਝ ਨਹੀਂ ਲੱਗਦੇ। ਹਾਲੇਲੂਇਆ। ਉਹ ਸਾਡੇ ਬੋਲ ਦਿਓ, ਹੈ ਨਾ। ਇਹ ਗੱਲ ਬੋਲਣੀ ਥੋੜੀ ਜਿਹੀ ਔਖੀ ਆ ਨਾ। ਹਾਲੇਲੂਇਆ। ਕਿ ਜਿਹੜੇ ਸ਼ਰਾਬਾਂ ਪੀ ਰਹੇ, ਖਰਾਬੀਆਂ ਕਰ ਰਹੇ, ਸੰਗਤ ਵਿੱਚ ਨਹੀਂ ਜੁੜੇ, ਪ੍ਰਭੂ ਦੇ ਨਹੀਂ ਆ, ਉਹ ਸਾਡੇ ਵੀ ਜਿਹੜੇ ਪ੍ਰਭੂ ਦੇ ਨਹੀਂ, ਉਹ ਸਾਡੇ ਵੀ ਨਹੀਂ ਆ। ਹਾਲੇਲੂਇਆ। ਇਹਨਾਂ ਇਹ ਗੱਲ ਆਪਾਂ ਬੋਲਦੇ ਨਹੀਂ ਆ, ਪਰ ਅਸਲ ਤੇ ਮੰਨਣੀ ਬੋਲਦੇ ਵੀ ਬੋਲ ਦੋ। ਤੁਸੀਂ ਇਹ ਮੰਨ ਲੈਣੇ ਮੈਂ ਜਿਹੜੇ ਨਹੀਂ ਬੰਦ ਕੀਤੇ ਉਹਨਾਂ ਦੀ ਗੱਲ ਕਰ ਰਿਹਾ। ਹਾਲੇਲੂਇਆ। ਇਹ ਗੱਲ ਬੋਲਣੀ ਜ਼ਰੂਰ ਆ, ਪਾਸ ਦੇ ਪਿੱਛੇ ਲਾ ਕੇ ਬੋਲਣੀ ਜ਼ਰੂਰ ਆ ਕਿ ਜਿਹੜੇ ਪ੍ਰਭੂ ਦੇ ਨਹੀਂ, ਉਹ ਸਾਡੇ ਵੀ ਨਹੀਂ। ਜਿਹੜੇ ਪ੍ਰਭੂ ਦੇ ਨਹੀਂ, ਉਹ ਸਾਡੇ ਨਹੀਂ। ਪਰ ਕਹਿਣਾ ਵੀ ਹੀ ਉਹਨਾਂ ਦੇ ਜਿਹੜੇ ਪ੍ਰਭੂ ਦੇ ਨਹੀਂ। ਹਾਲੇਲੂਇਆ। ਅਸੀਂ ਕਿਹਨਾਂ ਦੇ? ਕਿਉਂਕਿ ਵਧੀਆ ਗੱਲਾਂ ਹੀ ਉਹ ਦੱਸਦੇ ਜਿਹੜੇ ਪ੍ਰਭੂ ਦੇ ਨਹੀਂ। ਜਿਹੜੇ ਪ੍ਰਭੂ ਦੇ ਇਹਨਾਂ ਦੇ ਆਣ ਕਹਿਣਾ ਚਲੋ ਦੁਆ ਕਰੀਏ ਘੜੀ ਦੀ ਘੜੀ। ਹਾਲੇਲੂਇਆ, ਹਾਲੇਲੂਇਆ। ਚਲੋ ਖੈਰ, ਹਾਲੇਲੂਇਆ। ਇਸ ਜਗ੍ਹਾ ਤੇ ਹੁਕਮ, ਇਸ ਜਗ੍ਹਾ ਤੇ ਵਾਅਦਾ ਕੀ ਸੀ ਅਬਰਾਮ ਦੇ ਨਾਲ? ਬੋਲੋ ਕੀ ਵਾਅਦਾ ਸੀ? ਕਿ ਮੈਂ ਤੈਨੂੰ ਵੱਡੀ ਕੌਮ ਬਣਾਵਾਂਗਾ, ਮੈਂ ਤੇਰਾ ਨਾਮ ਵੱਡਾ ਕਰਾਂਗਾ। ਬੜਾ ਵਧੀਆ ਅਬਰਾਮ ਦੇ ਪ੍ਰੋਮਿਸ ਲੱਗਦੇ ਆ ਕਿ ਜਿਹੜੇ ਤੈਨੂੰ ਸ਼ਰਾਪ ਦਿੰਦੇ ਆ, ਜਿਹੜਾ ਤੈਨੂੰ ਤੁੱਛ ਜਾਣਦਾ ਵਾ, ਮੈਂ ਉਹਨੂੰ, ਜਿਹੜਾ ਤੈਨੂੰ ਗਾਲਾਂ ਕੱਢਦਾ ਉਹਨੂੰ ਨਹੀਂ ਸ਼ਰਾਪ ਦਿਆਂਗਾ, ਜਿਹੜਾ ਤੈਨੂੰ ਡੰਡੇ ਫੇਰਦਾ ਉਹਨੂੰ ਨਹੀਂ ਕਰਦਾ, ਜਿਹੜਾ ਤੈਨੂੰ ਹੁਣ ਤੁੱਛ ਜਾਣਨਾ, ਜਿਹੜਾ ਨਾ ਉਹ ਗਾਲਾਂ ਕੱਢਣ ਤੋਂ ਥੱਲੇ, ਤੁੱਛ ਜਾਣਨਾ ਗਾਲਾਂ ਕੱਢਣ ਤੋਂ ਥੱਲੇ। ਸੁਣੋ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਹੈ ਨਾ। ਸਿਰਫ ਮਨ ਦੇ ਵਿੱਚ ਇਹ ਸੁਪਨਾ ਯਾਰ ਇਹ ਤੇ ਕੁੱਖ ਨਹੀਂ, ਇਹਨੂੰ ਕਹਿੰਦੇ ਤੁੱਛ ਜਾਣ। ਜਿਹੜਾ ਕਹਿੰਦਾ ਤੈਨੂੰ ਤੁੱਛ ਜਾਣੂਗਾ, ਜਿਹੜਾ ਤੇਰੇ ਬਾਰੇ ਕਹੂਗਾ ਇਹਦੀ ਕੀ ਸੁਣਨੀ ਆ, ਇਹ ਤੇ ਪਾਗਲ ਹੋਇਆ, ਇਹਨੂੰ ਤੇ ਬਸ ਖੁਦਾ ਹੀ ਦੇ ਦੇਣ ਦੁਆ ਬਾਈਬਲ, ਇਹਨੂੰ ਤਾਂ ਕੋਈ ਗੱਲ ਆਉਣੀ ਨਹੀਂ। ਜਿਹੜਾ ਤੁੱਛ ਜਾਣਦਾ ਤੈਨੂੰ ਨਖਿੱਧ ਗਿਣਦਾ, ਮੈਂ ਉਹਨੂੰ ਸ਼ਰਾਪ ਦਿਆਂਗਾ। ਹਾਲੇਲੂਇਆ। ਤੇ ਗਾੜੀ ਹਿਸਾਬ ਲਓ, ਜਿਹੜਾ ਤੁੱਛ ਜਾਣਦਾ ਉਹਨੂੰ ਸ਼ਰਾਪ ਦਊਗਾ, ਜਿਹੜਾ ਗਾਲਾਂ ਕੱਢਦਾ, ਜਿਹੜਾ ਖੁਦਾਵੰਦ ਦੇ ਲੋਕਾਂ ਨੂੰ ਮਾਰ ਪਟਾਈ ਕਰਨ ਦੀ ਕੋਸ਼ਿਸ਼ ਕਰਦਾ, ਜਿਹੜਾ ਖੁਦਾ ਦੇ ਕੰਮ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕਰਦਾ, ਉਹਦੇ ਨਾਲ ਖੁਦਾ ਕੀ ਕਰੇਗਾ?
हालेलुया। सो इस जगह ते वायदे दे नाल ते हुक्म दे नाल अब्राहम जिहड़ा वा वो निकले। हालेलुया। इस जगह ते प्रॉमिस जिहड़े मैं तुहानूं बड़े दस सकदा वां, पर इस जगह ते मैं कोई भी प्रॉमिस लिखिया नहीं। बड़े नਵੇਂ नਵੇਂ जान के प्रभु ने प्रॉमिस दिते कि जे तुसी निकलदे जे तुसी जाने हो, हालेलुया, लिखिया कि कामा जिहड़ा वा जिहड़ा काम करने वाला वा वो खान दा भी किया हकदार है। कहंदा तुसी बटुआ नहीं नाल लैके जाना, तुसी 2 सूट नहीं नाल लैके जाने, तुहाडे सूटां दा इंतजाम नहीं करांगा। हालेलुया। तुहाडे खाने पीने का भी इंतजाम करांगा। सब तो वड्डा अधिकार यीशु मसीह ने भेजिया चेलियां नूं दिता कि तुसी सप्पां दे सिरां नूं कुचलोगे, बिच्छूआं दे सिरां नूं कुचलोगे, दुष्टात्मा नूं कढोगे, मुर्दियां नूं जिंदा करोगे, है ना। ये वायदे दे नाल परमेश्वर ने भेजिया। लूका 5 अध्याय तुसी पढ़ोगे, सॉरी 10 अध्याय, मत्ती दी इंजील 10 अध्याय तुसी पढ़ोगे। हालेलुया। उस जगह ते जदों परमेश्वर ने भेजिया ते परमेश्वर ने कहा कि मैं तुहाडे नाल नाल होवांगा, मैं तुहानूं अनाथ नहीं छड्डांगा, मैं तुहानूं इदां नहीं भेज दियांगा। ਇਹ ਸੀ ਵਾਅਦਾ। जिस तरह परमेश्वर ने अब्राहम ਨੂੰ ਹੁਕਮ ਦਿੱਤਾ, इस तरह परमेश्वर ने सानू भी ਹੁਕਮ ਦਿੱਤਾ। जिस तरह परमेश्वर ने अब्राहम ਦੇ ਨਾਲ ਵਾਅਦਾ ਕੀਤਾ, इस तरह परमेश्वर ने बोलो ਸਾਡੇ ਨਾਲ ਵੀ ਵਾਅਦਾ ਕੀਤਾ, ਸਾਨੂੰ ਵੀ ਵਾਅਦੇ ਨਾਲ ਭੇਜ ਲਿਆ। ਹਾਲੇਲੂਇਆ। ਹੁਣ ਅਬਰਾਹਮ ਜਿਹੜਾ ਸੀ ਉਹ ਕੁਝ ਸਮੇਂ ਤੱਕ ਬਲੈਸ ਨਹੀਂ ਹੋਇਆ। ਠੀਕ ਹੈ ਜੀ। ਜਦੋਂ ਅਬਰਾਹਮ ਨਿਕਲਿਆ ਉਹਦੀ ਏਜ ਕਿੰਨੀ ਸੀ? बोलो सर कितनी एज? 75। कितनी सी? 75 साल ਉਹਦੀ ਉਮਰ ਸੀ ਜਦੋਂ ਅਬਰਾਹਮ ਆਪਣੇ ਘਰ ਤੋਂ ਨਿਕਲਿਆ। ਮਤਲਬ 12 ਅਧਿਆਏ, ਜਦੋਂ 12 ਅਧਿਆਏ ਦੇ ਵਿੱਚ ਅਬਰਾਹਮ ਦੀ ਗੱਲ ਹੋਈ ਉਸ ਵਕਤ ਉਦੋਂ ਅਬਰਾਹਮ ਦੀ ਉਮਰ ਕਿੰਨੀ ਸੀ? 75 ਸਾਲ। ਹੁਣ ਜਦੋਂ ਅਬਰਾਹਮ ਨੂੰ ਬੱਚਾ ਮਿਲਿਆ ਉਦੋਂ ਅਬਰਾਹਮ ਦੀ ਉਮਰ ਕਿੰਨੀ ਸੀ? 100 ਸਾਲ। ਠੀਕ ਹੈ। ਜਦੋਂ ਸਾਰਾ ਦੀ ਕੁੱਖ ਦੇ ਵਿੱਚ ਬੱਚਾ ਆਇਆ, ਜਦੋਂ ਪਰਮੇਸ਼ਰ ਨੇ ਬਲੂਤਾਂ ਦੇ ਵਿੱਚ ਦਰਸ਼ਨ ਦੇ ਕੇ ਉਹਨੂੰ ਕਿਹਾ, ਉਦੋਂ ਅਬਰਾਹਮ ਦੀ ਉਮਰ ਕਿੰਨੀ ਸੀ? 99 ਸਾਲ। ਠੀਕ ਹੈ ਜੀ। ਇਹ ਤਿੰਨ ਏਜਾਂ ਤੁਸੀਂ ਗੌਰ ਰੱਖਣੀਆਂ। ਇਹਦੇ ਵਿੱਚੋਂ 75 ਤੇ 99 ਜਿਹੜੇ ਹੋ ਗਏ ਨਾ, ਇਹਦੇ ਵਿੱਚ ਆ ਗਿਆ 24 ਸਾਲ ਦਾ ਗੈਪ। ਕਿੰਨਾ ਆ ਗਿਆ? 24 ਸਾਲ ਦਾ ਗੈਪ ਆ ਗਿਆ। ਹੁਣ 24 ਸਾਲ ਤੱਕ ਪਰਮੇਸ਼ਰ ਨੇ ਅਬਰਾਹਮ ਨੂੰ ਬਲੈਸ ਨਹੀਂ ਕੀਤਾ। ਠੀਕ ਹੈ ਜੀ। 24 ਸਾਲ ਤੱਕ ਪਰਮੇਸ਼ਰ ਨੇ ਅਬਰਾਹਮ ਨੂੰ ਬਲੈਸ ਨਹੀਂ ਕੀਤਾ। ਠੀਕ ਹੈ ਜੀ। ਹੁਣ 24 ਸਾਲ ਦੇ ਵਿੱਚ ਦੋ ਚੀਜ਼ਾਂ ਹੋਈਆਂ। ਠੀਕ ਹੈ। 24 ਸਾਲ ਦੇ ਵਿੱਚ ਦੋ ਕੰਮ ਹੋਏ। ਅਸੀਂ ਹੁਣ ਦੋ ਕੰਮ ਦੇਖਨੇ ਆ ਕਿ 24 ਸਾਲ ਦੇ ਵਿੱਚ ਦੋ ਕੰਮ ਕਿਹੜੇ ਹੋਏ ਜਿਹਦੇ ਕਰਕੇ ਪਰਮੇਸ਼ਰ ਨੇ 24 ਸਾਲ ਅਬਰਾਹਮ ਨੂੰ ਬਲੈਸ ਨਹੀਂ ਕੀਤਾ। ਠੀਕ ਹੈ। ਸਭ ਤੋਂ ਪਹਿਲਾ ਕੰਮ ਜਿਹੜਾ ਸੀ ਉਹ ਸੀ ਲੂਤ। ਠੀਕ ਹੈ। ਸਭ ਤੋਂ ਪਹਿਲਾ ਕੰਮ ਕਿਹੜਾ ਸੀ? ਲੂਤ। ਠੀਕ ਹੈ। ਆਪਾਂ ਪੜ ਲਾਂਗੇ ਉਤਪਤ ਆਜੀ ਉਤਪਤੀ 12 ਦੇ ਆਏ ਉਹਦਾ ਤੁਸੀਂ ਪੜਨਾ ਜੀ 4 ਵਚਨ। ਸੋ ਅਬਰਾਮ ਜਿਵੇਂ ਯਹੋਵਾ ਉਹਨੂੰ ਬੋਲਿਆ ਸੀ ਚੱਲਿਆ, ਅਤੇ ਲੂਤ ਵੀ ਉਹਦੇ ਨਾਲ ਚੱਲਿਆ। ਓਕੇ। ਹਾਲੇਲੂਇਆ। ਸਭ ਤੋਂ ਪਹਿਲਾਂ ਜਦੋਂ ਅਬਰਾਹਮ ਆਪਣੇ ਘਰ ਤੋਂ ਚੱਲਿਆ ਤੇ ਨਾਲ ਕੌਣ ਚਲਾ ਗਿਆ? ਲੂਤ ਵੀ ਨਾਲ ਚਲਾ ਗਿਆ। ਠੀਕ ਹੈ ਜੀ। ਹੁਣ ਇਸ ਜਗ੍ਹਾ ਤੇ ਅਬਰਾਹਮ ਨੇ ਛੱਡਿਆ ਬਾਪ। ਠੀਕ ਹੈ ਜੀ। ਅਬਰਾਹਮ ਨੇ ਛੱਡਿਆ ਬਾਪ। ਅਬਰਾਹਮ ਨੇ ਛੱਡਿਆ ਪਿੰਡ। ਅਬਰਾਹਮ ਨੇ ਛੱਡਿਆ ਆਪਣਾ ਪਿੰਡ। ਉਸ ਤੋਂ ਬਾਅਦ ਅਬਰਾਹਮ ਨੇ ਛੱਡੇ ਰਿਸ਼ਤੇਦਾਰ। ठीक है जी। अब्राहम ने बाप छड्या, अब्राहम ने पिंड छड्या, अब्राहम ने रिश्तेदार छड्डे, पर अब्राहम दे नाल कौन चला गया? ओके। अब्राहम दे नाल चला गया लूत। हुण इस जगह ते ਅਸੀਂ ਪਹਿਲਾਂ ਵੀ ਇਹਦੇ ਬਾਰੇ ਕਰੀ ਬੋਲਿਆ ਸੀ। ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ, ਬਟ ਥੋੜਾ ਜਿਹਾ ਮੈਂ ਫਿਰ ਵੀ ਤੁਹਾਨੂੰ ਸਮਝਾਉਣਾ ਚਾਹੁੰਦਾ ਕਿਉਂਕਿ ਅਸੀਂ ਸਿੱਖ ਰਹੇ ਹਾਂ ਤੇ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਅਬਰਾਹਮ ਨੇ ਪਿਓ ਛੱਡਤਾ, ਪਿੰਡ ਛੱਡਤਾ, ਰਿਸ਼ਤੇਦਾਰ ਛੱਡਦੇ, ਪਰ ਲੂਤ ਅਬਰਾਹਮ ਦੇ ਨਾਲ ਚਲਾ ਗਿਆ। ਹੁਣ ਜਿੱਦਣ ਅਸੀਂ ਤੌਬਾ ਕਰਦੇ ਹਾਂ, ਜਿੱਦਣ ਅਸੀਂ ਤੌਬਾ ਕਰਕੇ ਬਪਤਿਸਮਾ ਲੈ ਲੈਂਦੇ ਹਾਂ, ਅਸੀਂ ਬੜਾ ਕੁਝ ਛੱਡ ਦਿੰਦੇ ਹਾਂ। ਠੀਕ ਹੈ। ਅਸੀਂ ਛੱਡ ਦਾਂਗੇ ਸ਼ਰਾਬ। ਕਿਉਂ ਸ਼ਰਾਬ ਛੱਡਾਂਗੇ? ਕਿਉਂਕਿ ਇਹ ਲੋਕਾਂ ਨੂੰ ਦਿਖਦੀ ਕਿ ਇਹਨੇ ਬਪਤਿਸਮਾ ਲਿਆ ਤੇ ਪੈਗ ਲਾਉਂਦਾ ਫਿਰਦਾ। ਕੀ ਛੱਡਤੀ? ਸ਼ਰਾਬ ਛੱਡ ਦਿੱਤੀ। ਮੋਸਟਲੀ ਜ਼ਿਆਦਾਤਰ ਜਿਹੜੀ ਹਰਾਮਕਾਰੀ
ਜਨਾਹ ਕਰ ਰਹੀ ਆ ਉਹ ਅਸੀਂ ਛੱਡ ਦਿਆਂਗੇ। ਮਾਈਂਡ ਦੀ ਨਹੀਂ ਛੱਡਾਂਗੇ, ਜਿਹੜੀ ਸਾਹਮਣੇ ਸਾਹਮਣੇ ਦਿਖਣ ਵਾਲੀ ਆ ਉਹ ਛੱਡ ਦਿਆਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਅਸੀਂ ਸਿਨੇਮਾ ਜਾਂਦੇ ਸੀ, ਫਿਲਮਾਂ ਦੇਖਦੇ ਸੀ, ਇਹ ਸਭ ਕੁਝ ਜਿਹੜੀਆਂ ਦਿਖਦੀਆਂ ਵਾ ਉਹ ਅਸੀਂ ਛੱਡ ਦਿਆਂਗੇ। ਠੀਕ ਹੈ ਜੀ, ਗੌਰ ਨਾਲ ਸਮਝਣਾ। ਇਹ ਛੱਡਤਾ ਆਪਾਂ ਬਾਪ, ਪਿੰਡ, ਰਿਸ਼ਤੇਦਾਰ, ਇਹ ਜਿਹੜੀ ਚੀਜ਼ਾਂ ਆ ਗਈਆਂ ਨਾ ਇਹ ਇਹਦੇ ਵਿੱਚ ਆ ਗਈਆਂ, ਪਰ ਲੂਤ ਨਹੀਂ ਅਸੀਂ ਵੀ ਛੱਡਿਆ। ਠੀਕ ਹੈ ਜੀ, ਅਸੀਂ ਇਹ ਸਭ ਚੀਜ਼ਾਂ ਛੱਡਤੀਆਂ ਤੇ ਕੀ ਨਹੀਂ ਛੱਡਿਆ? ਲੂਤ ਨਹੀਂ ਛੱਡਿਆ। ਠੀਕ ਹੈ ਜੀ, ਬੱਤੀ ਬੰਦ ਹੋ ਗਈ। ਲੂਤ ਨਹੀਂ ਛੱਡਿਆ। ਹੁਣ ਲੂਤ ਕੀ ਆ? ਸਾਡਾ ਸੁਭਾਅ। ਲੂਤ ਕੀ ਆ? ਸਾਡਾ ਨੇਚਰ। ਜਿੰਨੀ ਦੇਰ ਤੱਕ ਵਿਸ਼ਵਾਸੀ, ਜਿੰਨੀ ਦੇਰ ਤੱਕ ਲੂਤ ਅਬਰਾਹਮ ਦੇ ਨਾਲ ਰਿਹਾ, ਅਬਰਾਹਮ ਦੇ ਬੱਚਾ ਹੋਇਆ? ਹਾਂਜੀ, ਮੈਂ ਕਿਹਾ ਮੈਂ ਦੂਜੀ ਨਾਲ ਬਾਈਬਲ ਪੜ੍ਹ ਲਈ ਹੋਏ, ਤੁਸੀਂ ਦੂਜੀ ਪੜ੍ਹ ਲਈ ਹੋਏ। ਹਾਲੇਲੂਇਆ। ਜਿੰਨ ਤੱਕ ਲੂਤ ਅਬਰਾਹਮ ਦੇ ਨਾਲ ਸੀ ਬੱਚਾ ਹੋਇਆ? ਨਹੀਂ ਹੋਇਆ। ਹਾਲੇਲੂਇਆ। ਜਦੋਂ ਲੂਤ ਵੱਖਰਾ ਹੋਇਆ, ਜਦੋਂ ਲੂਤ ਅੱਡ ਹੋਇਆ, ਪਰਮੇਸ਼ਰ ਨੇ ਫਿਰ ਉਹਨੂੰ ਦਰਸ਼ਨ ਦਿੱਤਾ ਤੇ ਫਿਰ ਅਬਰਾਹਮ ਨੂੰ ਜਿਹੜਾ ਵਾ ਅਬਰਾਹਮ ਨੂੰ ਪਰਮੇਸ਼ਰ ਨੇ ਬੱਚੇ ਦੀ ਬਰਕਤ ਦਿੱਤੀ। ਠੀਕ ਹੈ ਜੀ, ਹਾਲੇਲੂਇਆ। ਹੁਣ ਜਿੰਨੀ ਦੇਰ ਤੱਕ ਅਸੀਂ ਕਹਿੰਦੇ ਪਾਸਟਰ ਜੀ ਮੈਂ ਬਲੈਸ ਨਹੀਂ ਹੋ ਰਿਹਾ, ਪਾਸਟਰ ਜੀ ਮੈਨੂੰ ਬਰਕਤ ਨਹੀਂ ਮਿਲ ਰਹੀ, ਪਾਸਟਰ ਜੀ ਮੇਰੀ ਜ਼ਿੰਦਗੀ 'ਚ ਆਸ਼ੀਸ਼ ਨਹੀਂ ਆ ਰਹੀ, ਬੜਾ ਕੁਝ ਛੱਡ ਦਿੱਤਾ ਸੀ, ਪਰ ਗਾਲਾਂ ਕੱਢਣ ਵਾਲਾ ਸੁਭਾਅ ਨਹੀਂ ਛੱਡਿਆ। ਹਾਲੇਲੂਇਆ। ਬੜਾ ਕੁਝ ਛੱਡ ਦਿੱਤਾ ਪਰ ਗੁੱਸਾ ਕਰਨਾ ਨਹੀਂ ਛੱਡਿਆ। ਬੜਾ ਕੁਝ ਛੱਡ ਦਿੱਤਾ ਪਰ ਗਵਾਂਢੀਆਂ ਨੂੰ ਲਾਮੇ ਦੇਣੇ ਨਹੀਂ ਛੱਡੇ। ਹਾਲੇਲੂਇਆ, ਹਾਲੇਲੂਇਆ। ਬੜਾ ਕੁਝ ਛੱਡ ਦਿੱਤਾ ਪਰ ਚੁਗਲੀਆਂ ਕਰਨੀਆਂ ਤੇ ਸੁਣਨੀਆਂ ਨਹੀਂ ਛੱਡੀਆਂ। ਹਾਲੇਲੂਇਆ। ਹੈ ਨਾ, ਇਸ ਸੁਭਾਅ ਨੂੰ ਅਸੀਂ ਚੁੱਕੀ ਫਿਰ ਰਹੇ ਮੋਢਿਆਂ ਤੇ। ਇਹ ਸਾਡਾ ਨੇਚਰ ਇਹਨੂੰ ਅਸੀਂ ਲਈ ਫਿਰਦੇ ਆ ਤੇ ਦੁਹਾਈ ਬੜਾ ਕੀ ਦਿੰਦੇ ਆ ਕਿ ਖੁਦਾ ਤੂੰ ਬਲੈਸ ਨਹੀਂ ਕਰ ਰਿਹਾ, ਖੁਦਾ ਤੂੰ ਬਰਕਤ ਨਹੀਂ ਦੇ ਰਿਹਾ, ਖੁਦਾ ਤੂੰ ਆਸ਼ੀਸ਼ ਨਹੀਂ ਦੇ ਰਿਹਾ, ਖੁਦਾ ਤੂੰ ਅਭਿਸ਼ੇਕ ਨਹੀਂ ਕਰ ਰਿਹਾ, ਖੁਦਾ ਤੂੰ ਮੈਨੂੰ ਕਿਉਂ ਨਹੀਂ ਬਲੈਸ ਕਰ ਰਿਹਾ, ਮੇਰੇ ਘਰਾਣੇ ਨੂੰ ਕਿਉਂ ਨਹੀਂ ਬਲੈਸ ਕਰ ਰਿਹਾ। ਇੱਕ ਵਾਰ ਇੱਕ ਭੈਣ ਸਾਡੇ ਸੇਵਾਦਾਰ ਨੂੰ ਪੁੱਛਦੀ, ਕਹਿੰਦੀ ਭਾਜੀ ਸਾਡਾ ਘਰਾਣਾ ਦੇ ਬਚਿਆ ਨਹੀਂ, ਬਾਈਬਲ 'ਚ ਤਾਂ ਲਿਖਿਆ ਤੂੰ ਬਚ ਤੇਰਾ ਘਰਾਣਾ ਬਚਾਇਆ। ਉਹ ਸੇਵਾਦਾਰ ਕਹਿੰਦਾ ਤੂੰ ਬਚ ਗਈ ਆ, ਬਾਈਬਲ 'ਚ ਤਾਂ ਲਿਖਿਆ ਤੂੰ ਬਚ ਤੇ ਤੇਰਾ, ਤੂੰ ਬਚ ਗਈ ਆ। ਕਹਿੰਦੀ ਗੱਲ ਤੇ ਠੀਕ ਹੈ, ਅਜੇ ਮੈਂ ਵੀ ਬਚੀ ਨਹੀਂ। ਇਹਦਾ ਮਤਲਬ ਕਦੋਂ ਕਿਹਾ ਗਿਆ ਕਿ ਪਹਿਲਾਂ ਤੂੰ ਬਚ, ਪਹਿਲਾਂ ਆਪਣਾ ਹਰ ਇੱਕ ਚੀਜ਼ ਨੂੰ ਚੇਂਜ ਕਰ, ਆਪਣਾ ਨੇਚਰ, ਆਪਣਾ ਸੁਭਾਅ। ਦਿਖਣ ਵਾਲੇ ਪਾਪ ਜਿਹੜੇ ਸਾਨੂੰ ਲੋਕ ਕਹਿਣਗੇ ਇਹ ਪਾਪੀ ਆ, ਉਹ ਤੇ ਅਸੀਂ ਦਿੱਤੇ ਛੱਡ। ਹਾਲੇਲੂਇਆ, ਹਾਲੇਲੂਇਆ। ਪਰ ਜਿਹੜਾ ਸਾਡੇ ਨਹੀਂ ਦਿਖਦੇ, ਜਿਹੜੇ ਸਾਡੇ ਅਸੀਂ ਅੰਦਰ ਵਾੜ ਕੇ ਰੱਖੇ ਆ, ਉਹ ਅਸੀਂ ਛੱਡੇ ਨਹੀਂ। ਇਸ ਕਰਕੇ ਅਸੀਂ ਬਲੈਸ ਨਹੀਂ ਆ, ਇਸ ਕਰਕੇ ਅਸੀਂ ਆਸ਼ੀਸ਼ ਨਹੀਂ ਆ। ਜਿੰਨੀ ਦੇਰ ਤੱਕ ਸੁਭਾਅ ਲਈ ਫਿਰੋਗੇ, ਚੁੱਕੀ ਫਿਰੋਗੇ ਆਪਣਾ ਪੁਰਾਣਾ ਸੁਭਾਅ, ਹੋਰ 10 ਸਾਲ ਲਓ, ਹੋਰ 20 ਸਾਲ ਲਓ, ਰਹੋਗੇ ਉੱਥੇ ਦੇ ਉੱਥੇ। ਹਾਲੇਲੂਇਆ। ਨਹੀਂ ਬਦਲੇਗੀ ਜ਼ਿੰਦਗੀ, ਨਹੀਂ ਖੁਦਾ ਦੀ ਆਸ਼ੀਸ਼ ਆਏਗੀ, ਨਹੀਂ ਖੁਦਾ ਖੁਸ਼ ਹੋਏਗਾ। ਹਾਲੇਲੂਇਆ। ਲੂਤ ਕੱਢਣਾ ਪਵੇਗਾ। ਹਾਲੇਲੂਇਆ। ਕੀ ਕਰਨਾ ਪਵੇਗਾ? ਲੂਤ ਕੱਢਣਾ ਪਵੇਗਾ। ਹਾਲੇਲੂਇਆ। ਹੁਣ ਦੂਸਰੀ ਜਿਹੜੀ ਚੀਜ਼ ਸੀ ਅਬਰਾਹਮ ਦੀ ਬਲੈਸਿੰਗ ਲੇਟ, ਉਹ ਸੀ ਹਾਜਰਾ। ਕੌਣ? ਹਾਜਰਾ। ਤੁਸੀਂ ਹੁਣ ਲੂਤ, ਸਭ ਤੋਂ ਪਹਿਲੀ ਵੱਡੀ ਪ੍ਰੋਬਲਮ ਸੀ ਲੂਤ ਅਬਰਾਹਮ ਦੀ, ਜਿਹਦੇ ਕਰਕੇ ਪਰਮੇਸ਼ਰ ਦੀ ਬਰਕਤ ਅਬਰਾਹਮ ਦੀ ਜ਼ਿੰਦਗੀ 'ਚ ਕੀ ਹੋਈ? ਲੇਟ ਹੋਈ। ਦੂਸਰੇ ਨੰਬਰ ਤੇ ਕੌਣ ਸੀ? ਹਾਜਰਾ। ਹੁਣ ਹਾਜਰਾ ਕੀ ਦਿਖਾਉਂਦੀ ਆ? ਹਾਜਰਾ ਦਿਖਾਉਂਦੀ ਆ ਬੇਪਰਤੀ। ਹਾਜਰਾ ਕੀ ਆ? ਬੇਪਰਤੀ। ਬੋਲੋ ਹਾਜਰਾ ਕੀ ਹੈ? ਸ਼ੱਕ, ਬੇਪਰਤੀ, ਸ਼ੱਕ। ਬਾਈਬਲ ਲਿਖਿਆ ਸ਼ੱਕੀ ਲੋਕ ਪਰਮੇਸ਼ਰ ਦੇ ਰਾਜ 'ਚ, ਸ਼ੱਕੀ ਲੋਕ ਪਰਮੇਸ਼ਰ ਦੇ ਰਾਜ 'ਚ ਨਹੀਂ ਜਾਣਦੇ। ਮਤਲਬ ਬੇਪਰਤੀ ਲੋਕ, ਸ਼ੱਕੀ ਲੋਕ ਸਭ ਇੱਥੇ ਰਹੇ ਨੇ। ਯਿਸੂ ਆਏਗਾ ਜਲਦੀ ਮੈਂ ਸਾ। ਇਹ ਸ਼ੱਕੀ ਲੋਕ, ਬੇਪਰਤੀ ਲੋਕ ਯਿਸੂ ਮਸੀਹ ਕਲੀਸਿਆ ਨੂੰ ਉਠਾ ਕੇ ਲੈ ਜਾਏਗਾ। ਇਹ ਮਗਰ ਗੀਤ ਬੋਲਣਗੇ,
यीशु आएगा जल्दी मैं सा यीशु दे आके ले भी गया। ये मगर गीत बोल रहे हाँ ये हालेलुया हालेलुया। बेप्रतीति किस तरह से हुण अब्राहम दी वाइफ नू हाजरा नू इस्तेमाल किया शैतान ने कि मेरे नहीं बच्चा हो रहा तो कोई गल नहीं, बच्चा तो तेरा ही होना ना। हालेलुया। चाहे वो हाजरा तो हो जाए चाहे वो मेरे तो हो जाए, बच्चा तो कहता। पर परमेश्वर का प्लान ये नहीं सी। परमेश्वर पत्नी नू थले सुट के ते पति नू उच्चा नहीं सी करना चाहता। गौर ना सुनना ये गल नू, परमेश्वर कदी इस तरह के काम नहीं करता। हालेलुया। कि पत्नी नू साइड ते करके कहे भी मैं बंदे द्वारा कले द्वारा ब्लेस कर रहा हूं, नहीं होएगा इस तरह। हालेलुया। पत्नी नू कहे कि मैं तेरे द्वारा कली द्वारा ब्लेस कर रहा, नहीं होएगा इस तरह। दोनों जियां दे द्वारा बाइबल लिखा तुसी दोनों जी परमेश्वर दी बरकत दे सांझी अधिकारी हो, सांझी हो। हालेलुया। परमेश्वर ने क्या किया? हाजरा द्वारा नहीं। हालेलुया। तू की सोच रहा कि परमेश्वर सारा द्वारा बच्चा नहीं पैदा कर सकता? सारा दी कुख बांझ आ ते की गल परमेश्वर खोल नहीं सकता? परमेश्वर ओनू नहीं ब्लेस कर सकता? बेपति शक बरकत नू छेती लैन का तरीका है ना। बड़िया चीजा आ जांदियां कि शॉर्टकट, असं भी कई बार शॉर्टकट अपनाने की कोशिश करते हैं कि जल्दी जल्दी की हो जाइए ब्लेस, गवाही जल्दी बना दी। किदा करके? खुदा के नाम की महिमा होनी है, सारा द्वारा हो जाए, हाजरा द्वारा हो जाए। हालेलुया। पर गवाही की होनी चाहिए जल्दी, एक हफ्ता पहलों गवाही, एक हफ्ता पहलों की लोड़ नहीं है। जदों खुदा गवाही बना रहा ना उदों गवाही की लोड़ है। समझ लगनी मेरी गल? हालेलुया हालेलुया। बेप्रतीति शॉर्टकट जो असं अपना ना कि खुदा की ब्लैसिंग ले लीए जल्दी जल्दी, यदा मतलब साडे अंदर की आ गई आ बेप्रतीति। शक आ गया परमेश्वर के वायदे उत्ते कि परमेश्वर सारा द्वारा ब्लैस कर सकता कि नहीं कर सकता। हालेलुया। हुण परमेश्वर ने की किया? अब्राहम नू की किया? एक वचन पढ़ लो, जल्दी जल्दी पढ़ो, गलातियां। हालेलुया। थैंक यू लॉर्ड जीसस। ये वचन टाइम जरूर होंदी है। हालेलुया। पढ़िए गलातियां 4:30 वचन। पर धर्म पुस्तक की आखदा है, गोली ਅਤੇ ਉਸਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਦੇ ਨਾਲ ਅਧਿਕਾਰੀ ਨਹੀਂ ਹੋਵੇਗਾ। ਹੁਣ ਪਰਮੇਸ਼ਰ ਕਹਿੰਦਾ ਜੇ ਤੂੰ ਬਲੈਸ ਹੋਣਾ ਚਾਹੁੰਦਾ ਗੋਲੀ ਵੀ ਕੱਢ ਦੇ ਤੇ ਗੋਲੀ ਦੇ ਪੁੱਤ ਨੂੰ ਵੀ ਕੱਢ ਦੇ। ਹਾਲੇਲੂਇਆ। ਇਹ ਸ਼ੱਕ ਵੀ ਕੱਢ ਦੇ, ਜਿਹੜੇ ਸ਼ੱਕ ਦੇ ਮਗਰ ਵਿਚਾਰ ਚੱਲ ਰਹੇ ਨਾ ਨਿੱਕੇ ਨਿੱਕੇ, ਉਹ ਵੀ ਕੱਢ ਦੇ। ਠੀਕ ਹੈ। ਲੂਤ ਰਹੇਗਾ ਨਾ, ਹਾਜ਼ਰਾ ਰਹੇਗੀ ਨਾ, ਤੇ ਤੁਸੀਂ ਨਹੀਂ ਜੇ ਬਲੈਸ ਹੋ। ਸਾਡਾ ਸੁਭਾਅ ਨਾਲ ਰਿਹਾ ਤੇ ਨਾਲ ਦੀ ਨਾਲ ਬੇਪ੍ਰਤੀਤੀ ਤੇ ਸ਼ੱਕ ਰਿਹਾ ਤੇ ਬਰਕਤ ਲੱਭਦੇ। ਹਾਲੇਲੂਇਆ। ਕਹਿੰਦੇ 4 ਜਣੇ ਇਕੱਠੇ ਹੋ ਗਏ, ਕਹਿੰਦੇ ਕਮਾਦ ਵਾਲੀ ਆਪਾਂ ਬੜਾ ਚੱਲਣਾ ਜੀ। ਕਹਿੰਦਾ ਪਿੰਡ ਵਾਲੇ ਬੜੇ ਅੰਤਰੀ, ਕਹਿੰਦਾ ਇਹਨਾਂ ਆਣ ਕੇ ਤੇ ਗੰਨੇ ਤੋੜ ਕੇ ਤੇ ਕਮਾਦ ਸਾਰਾ ਖਰਾਬ ਕਰ ਦਿਆ ਕਰਨਾ। ਕਹਿੰਦਾ ਵਾੜ ਲਾ ਦਾਂਗੇ। ਦੂਜਾ ਕਹਿੰਦਾ ਇਹ ਜਿਹੜੇ ਬਾਗੀ ਹੁੰਦੇ ਨੇ ਵਾੜਾ ਮੂੜਾ ਦਾ ਧਿਆਨ ਟੱਪ ਜਾਂਦੇ ਬਾਗੋਂ ਵਾੜਾ ਮੂੜਾ। ਕਹਿੰਦਾ ਫਿਰ ਕੀ ਕੀਤਾ ਜਾਏ? ਤੀਜਾ ਕਹਿੰਦਾ। ਚੌਥਾ ਕਹਿੰਦਾ ਆਪਾਂ ਪਹਿਲਾਂ ਹੀ ਅੱਗ ਲਾ ਦਈਏ ਪਿੰਡ ਨੂੰ। ਉਹ ਜਾ ਕੇ ਤੇ ਪਿੰਡ ਨੂੰ ਅੱਗ ਲਾ ਦਿੰਦੇ। ਕਹਿੰਦਾ ਹੁਣ ਸੌਖੇ ਜੇ, ਉਦੋਂ ਵਾੜਾਂ ਟੱਪ ਕੇ ਕੀ ਚੂਦੇ ਸੀ, ਨਾ ਕਮਾਦ ਲਾਇਆ ਨਾ ਕੋਈ ਵਾੜ ਬੰਨੀ ਤੇ ਪਿੰਡ ਵਾਲਿਆਂ ਨੂੰ ਅੱਗ ਪਹਿਲਾਂ ਲਾਤੀ। ਅਸੀਂ ਨਾ ਦੇ ਸੁਭਾਅ ਬਦਲਿਆ ਤੇ ਨਾ ਸ਼ੱਕ ਕੱਢਿਆ ਤੇ ਰੌਲਾ ਪਾਈ ਜਾਂਦੇ ਬਸ ਮੇਰੀ ਬਲੈਸਿੰਗ ਆ ਗਈ ਕਿ ਬਸ ਆ ਗਈ। ਨਹੀਂ ਹੋਣੀ। ਹਾਲੇਲੂਇਆ ਹਾਲੇਲੂਇਆ। ਕਿੱਦਾਂ ਆਏਗੀ? ਲੂਤ ਅਜੇ ਕੋਲ ਬੈਠਾ ਵਾ, ਹਾਜ਼ਰਾ ਘਰ ਚ ਬਿਠਾਈ ਆ, ਉਹਦਾ ਮੁੰਡਾ ਵੀ ਘਰ ਚ ਬਿਠਾਇਆ ਵਾ, ਤੇ ਕੀ ਲੱਭਣ ਦੇ? ਹਾਲੇਲੂਇਆ। ਇਹ ਯਾਤਰਾ ਜਿਹੜੀ ਨਾ ਖੁਦਾਵੰਦ ਦੇ ਨਾਲ ਚੱਲਣ ਵਾਲੀ, ਇਹਦੇ ਵਿੱਚ ਖੁਦਾ ਨੇ ਅਬਰਾਹਮ ਨੂੰ ਸਿਰਫ ਬਰਕਤ ਨਹੀਂ ਦਿੱਤੀ ਤੇ ਕਨਾਨ ਦੀ ਧਰਤੀ ਤੇ ਨਹੀਂ ਲੈ ਕੇ ਗਿਆ, ਬੜਾ ਕੁਛ ਉਹਦੀ ਲਾਈਫ ਦਾ ਬਦਲਦਾ ਗਿਆ ਪਰਮੇਸ਼ਰ। ਹਾਲੇਲੂਇਆ। ਇਦਾਂ ਹੀ ਖੁਦਾ ਸਾਨੂੰ ਕਨਾਨ ਵਿੱਚ ਲੈ ਕੇ ਜਾਣ ਤੋਂ ਪਹਿਲਾਂ, ਸਾਨੂੰ ਬਲੈਸ ਕਰਨ ਤੋਂ ਪਹਿਲਾਂ ਬਦਲਦਾ ਜਾਏਗਾ। ਹਾਲੇਲੂਇਆ। ਤੁਸੀਂ
ਇਹ ਚੀਜ਼ ਸੋਚਦੇ ਹੋਵੋਗੇ ਕਿ ਗਲਾਸ ਦੇ ਵਿੱਚ ਦੁੱਧ ਪਾਉਣ ਦੇ ਲਈ ਜੇ ਗਲਾਸ 'ਚ ਪਹਿਲਾਂ ਕੋਈ ਚੀਜ਼ ਹੋਰ ਪਈ, ਖਾਲੀ ਕਰਨਾ ਪਏ, ਸਾਫ਼ ਕਰਨਾ ਪਏ, ਫਿਰ ਉਹਦੇ ਵਿੱਚ ਅਸੀਂ ਸੈਕੰਡ ਚੀਜ਼ ਪਾ ਸਕਦੇ ਹਾਂ। ਹਾਲੇਲੂਇਆ। ਸਾਡਾ ਪਰਮੇਸ਼ਰ ਸਾਡੀਆਂ ਪਹਿਲੀਆਂ ਚੀਜ਼ਾਂ ਨੂੰ ਕੱਢੇਗਾ। ਬੁਰੇ ਸੁਭਾਅ, ਬੁਰੀਆਂ ਚੀਜ਼ਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਆ ਤੇ ਕਦੀ ਵੀ ਸਾਡੀ ਲਾਈਫ ਜਿਹੜੀ ਆ ਬਲੈਸ ਨਹੀਂ ਹੋ ਸਕਦੀ। ਹਾਲੇਲੂਇਆ। ਜੇ ਅਸੀਂ ਬਲੈਸਿੰਗ ਚਾਹੁੰਦੇ ਹਾਂ, ਅਸੀਂ ਵੀ ਅਬਰਾਹਮ ਦੀ ਸੇਵਕਾਈ ਦੇ ਵਿੱਚ ਸ਼ਾਮਲ ਹਾਂ, ਅਬਰਾਹਮ ਦੀ ਯਾਤਰਾ ਦੇ ਵਿੱਚ ਸ਼ਾਮਲ ਹਾਂ। ਅਸੀਂ ਵੀ ਟਰੈਵਲ ਕਰ ਰਹੇ ਹਾਂ ਅਬਰਾਹਮ ਦੇ ਨਾਲ, ਕਿ ਅਸੀਂ ਵੀ ਨਿਕਲੇ ਆ ਦੇਸ਼ ਤੋਂ ਤੇ ਆਪਣੇ ਲੋਕਾਂ ਤੋਂ, ਤੇ ਕਿੱਧਰ ਨੂੰ ਜਾ ਰਹੇ ਹਾਂ? ਸੁਰਗ ਰਾਜ ਨੂੰ ਜਾ ਰਹੇ ਹਾਂ। ਆਪਣੇ ਲੋਕਾਂ ਨੂੰ ਛੱਡਿਆ, ਆਪਣੇ ਲੋਕਾਂ ਤੋਂ ਵੱਖ ਹੋਏ, ਬੜੇ ਤਾਨੇ ਮੈਨੇ ਸਹੇ, ਤੇ ਜੇ ਅਸੀਂ ਉਸ ਜਗ੍ਹਾ ਤੇ ਪਹੁੰਚੇ ਨਾ ਰਸਤੇ 'ਚ ਹੀ ਰਹਿ ਗਏ ਤੇ ਫਿਰ ਇਹਨਾਂ ਨੂੰ ਛੱਡੇ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਜੇ ਅਸੀਂ ਨਿਕਲੇ, ਜੇ ਅਸੀਂ ਖੁਦਾਵੰਦ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਚੱਲੇ ਆ ਖੁਦਾਵੰਦ ਦੇ ਵਿੱਚ, ਤੇ ਚੰਗੀ ਤਰ੍ਹਾਂ ਚੱਲੀਏ ਪ੍ਰਭੂ ਦੇ ਨਾਲ। ਲੋਕਾਂ ਦੀ ਪਰਵਾਹ ਛੱਡ ਦਿਓ। ਹਾਲੇਲੂਇਆ। ਲੋਕਾਂ ਦੇ ਬਾਰੇ ਨਾ ਸੋਚੋ ਕਿ ਲੋਕ ਕੀ ਕਹਿਣਗੇ, ਲੋਕ ਕੀ ਕਰਨਗੇ। ਹਾਲੇਲੂਇਆ। ਲੋਕਾਂ ਦਾ ਕੰਮ ਹੈ ਬੋਲਣਾ, ਸਾਡਾ ਕੰਮ ਹੈ ਯਾਤਰਾ 'ਚ ਚੱਲਦੇ ਰਹਿਣਾ। ਹਾਲੇਲੂਇਆ। ਬਾਈਬਲ ਲਿਖਿਆ, ਕੱਲ ਅਸੀਂ ਪੜ੍ਹਿਆ ਸੀ ਨਾ ਕਿ ਜਿਹੜੀ ਦੌੜ ਸਾਡੇ ਸਾਹਮਣੇ ਪਈ ਹੋਈ ਹੈ, ਉਹਦੇ ਵਿੱਚ ਬੜੇ ਸਬਰ ਦੇ ਨਾਲ ਦੌੜੀਏ। ਹਾਲੇਲੂਇਆ। ਸਬਰ ਦੇ ਨਾਲ ਕਿਉਂ ਕਿਹਾ? ਕਿਉਂਕਿ ਕਾਹਲੇ ਪੈ ਜਾਂਦੇ ਵਿਸ਼ਵਾਸ। ਜਦੋਂ ਕਾਹਲੇ ਪੈ ਜਾਂਦੇ ਆ, ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ। ਹਾਲੇਲੂਇਆ। ਕਾਹਲੇ ਨਹੀਂ ਪੈਣਾ, ਖੁਦਾ ਨੂੰ ਕਹਿਣਾ ਆਪਣਾ ਟਾਈਮ ਲੈ, ਕੋਈ ਸ਼ਾਰਟਕਟ ਨਹੀਂ, ਕੋਈ ਲੂਤ ਨਹੀਂ, ਕੋਈ ਹਾਜ਼ਰਾ ਨਹੀਂ। ਹਾਲੇਲੂਇਆ। ਪ੍ਰਭੂ ਬਲੈਸ ਹੋਣਾ। ਪਰਮੇਸ਼ਰ ਦੇ ਵਾਅਦੇ ਦੇ ਨਾਲ ਤੇ ਹੁਕਮ ਦੇ ਨਾਲ ਵਧਦੇ ਜਾਓ। ਆਈਏ ਸਭ ਦਿਨ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਵਿੱਚ ਜਾਵਾਂਗੇ। ਹਾਲੇਲੂਇਆ, 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 ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ ਕ੍ਰਾਈਸਟ। ਹਾਲੇਲੂਇਆ, ਹਾਲੇਲੂਇਆ।